ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਮੈਂ ਨਰਿੰਦਰਪਾਲ ਸਿੰਘ ਤੁਹਾਡਾ ਲੈਕਚਰ ਕੋਗਨੀਸ਼ਨ ਲਰਨਿੰਗ ਐਂਡ ਦ ਸੋਸ਼ੋ ਕਲਚਰ ਲੈ ਕੇ ਹਾਜ਼ਰ ਹਾਂ ਜੀ। ਅੱਜ ਅਸੀਂ ਸਾਡੇ ਇਸ ਲੈਕਚਰ ਦੇ ਵਿੱਚ ਅਸੀਂ ਜੀਨ ਪਿਆਜੇ ਬਾਰੇ ਪੜ੍ਹਾਂਗੇ। ਰਾਜੇ ਇੱਥੇ ਇੱਕ ਚੀਜ਼ ਧਿਆਨ ਨਾਲ ਸਮਝ ਲਓ ਕਿ ਜਿਹੜਾ ਇਹ ਪੋਰਸ਼ਨ ਹੈ ਸਾਰੇ ਦਾ ਸਾਰਾ ਸਾਈਕੋਲੋਜੀ ਦਾ ਪੋਰਸ਼ਨ ਹੈ। ਸਾਈਕੋਲੋਜੀ ਦਾ ਹੀ ਇੱਕ ਦੂਸਰਾ ਪੇਪਰ ਦਾ ਨਾਮ ਹੀ ਰੱਖਿਆ ਸਿਰਫ ਅਸੀਂ ਕੋਗਨੀਸ਼ਨ ਲਰਨਿੰਗ ਦਾ ਸੋਸ਼ੋ ਕਲਚਰ। ਇਹ ਪਾਰਟ ਕਿਹੜਾ ਸਾਰਾ ਸਾਈਕੋਲੋਜੀ ਹੈ। ਹੁਣ ਰਾਜੇ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਥਿਊਰੀ ਕਰਦੇ ਹਾਂ ਤਾਂ ਥਿਊਰੀ ਦਾ ਸਾਡਾ ਕਿੱਥੇ ਕਿੱਥੇ ਮਹੱਤਵ ਹੈਗਾ। ਤਾਂ ਸਭ ਤੋਂ ਪਹਿਲਾਂ ਇਹ ਆ ਕਿ ਜਿਹੜੀ ਪਹਿਲਾਂ ਤਾਂ ਅਸੀਂ ਧਿਆਨ 'ਚ ਰੱਖਦੇ ਹਾਂ ਕਿ ਥਿਊਰੀ ਜਿਹੜੀ ਹੈਗੀ ਆ ਵੀ ETT ਦੀ ਥਿਓਰੈਟੀਕਲ ਐਗਜ਼ਾਮ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ। ਸੈਕੰਡਲੀ ਇਹਦੇ ਵਿੱਚੋਂ ਹੀ ਸਾਨੂੰ ਜਿਹੜਾ ਹੈਗਾ ਵੀ PSTET ਦਾ ਜਿਹੜਾ ਕੰਟੈਂਟ ਆ ਉਹ ਸਾਰਾ ਕਲੀਅਰ ਹੋ ਜਾਏ, ਕਿਉਂਕਿ ਬਹੁਤ ਜ਼ਿਆਦਾ ਵਿਦਿਆਰਥੀਆਂ ਨੂੰ ਬਾਅਦ 'ਚ ਜਾ ਕੇ ਪਤਾ ਲੱਗਦਾ ਕਿ ਜੋ ਅਸੀਂ ਪਹਿਲਾਂ ਪੜ੍ਹ ਰਹੇ ਸੀ ਉਹ ਹੀ ਸਾਡੇ ਟੈਟ ਦੇ ਪੋਰਸ਼ਨ ਜਿਹੜਾ ਸਾਈਕੋਲੋਜੀ ਦਾ ਪੋਰਸ਼ਨ ਆ 30 ਮਾਰਕਸ ਦਾ ਉਹਦੇ ਵਿੱਚ ਐਡ ਹੈ। ਤਾਂ ਸਾਨੂੰ ਹੁਣ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਤਿਆਰੀ ਕਰਾਂਗੇ ਕਿ ਜਿਹੜੀ ਸਾਨੂੰ ਇਹ ਚੀਜ਼ ਬਿਲਕੁਲ ਡਾਊਟਫੁਲ ਨਾ ਰਹੇ ਕਿ ਜੋ ਅਸੀਂ ਇਹਦੇ 'ਚੋਂ ਪੜ੍ਹਨਾ ਹੈ, ਜੋ ਅਸੀਂ ਇਹਦੇ 'ਚ ਹੁਣ ਕਰਨਾ ਹੈ, ਕਿ ਉਹਦਾ ਫਿਊਚਰ ਦੇ ਵਿੱਚ ਸਾਨੂੰ ਹੋਰ ਕਿਤੇ ਕਿਤੇ ਬੈਨੀਫਿਟ ਹੋਵੇਗਾ। ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਿਆਂ, ਇਹ ਜਿਹੜੀ ਸਾਰੀ ਦੀ ਸਾਰੀ ਥਿਊਰੀ ਹੈ ਇਹ ਥਿਊਰੀ ਤੁਹਾਨੂੰ ETT ਦੀ ਥਿਊਰੀ ਬੇਸਡ ਹੈ। ਸੈਕੰਡਲੀ ਇਹਦੇ ਵਿੱਚੋਂ PTET ਦੇ ਵਿੱਚ 30 ਨੰਬਰ ਦਾ ਸਾਈਕੋਲੋਜੀ ਦਾ ਪੋਰਸ਼ਨ ਆ, ਉਹਦੇ ਵਿੱਚੋਂ ਇੱਥੋਂ ਕੁਐਸਚਨ ਆਉਣੇ ਹੀ ਆਉਣੇ ਆ। ਅਤੇ ਜਿਹੜੀ ਇਹ ਥਿਊਰੀ ਹੈ ਜੀਨ ਪਿਆਜੇ ਦੀ, ਇਹ ਤਾਂ ਬੇਸ ਆਫ ਸਾਈਕੋਲੋਜੀ ਹੈ ਰਾਜੇ। ETT ਨੂੰ ਤਾਂ ਡੈਫੀਨੇਟ ਹੀ ਹੈ। ETT ਨੂੰ ਤਾਂ ਬਹੁਤ ਜਿੰਨੇ ਵੀ ਹੁਣ ਤੱਕ ਪੇਪਰ ਹੋਏ ਆ ਨਾ, ਤਾਂ ਉਹਨਾਂ ਪੇਪਰਾਂ ਦੇ ਵਿੱਚੋਂ 4 ਕੁਐਸਚਨ ਇਕੱਲੀ ਜੀਨ ਪਿਆਜੇ ਦੀ ਥਿਊਰੀ ਦੇ ਵਿੱਚੋਂ ਆਏ ਹੀ ਆਏ ਹੈ। ਤਾਂ ਅਸੀਂ ਹਰ ਇੱਕ ਪੋਰਸ਼ਨ ਨੂੰ ਧਿਆਨ ਨਾਲ ਕਰਨਾ, ਹਰ ਇੱਕ ਪਾਰਟ ਨੂੰ ਬਹੁਤ ਅੱਛੀ ਤਰ੍ਹਾਂ ਸਮਝਣਾ, ਤਾਂ ਜੋ ਸਾਨੂੰ ਕੱਲ੍ਹ ਨੂੰ ਇਸ ਚੀਜ਼ ਨੂੰ ਦੁਬਾਰਾ ਪੜ੍ਹਦੇ ਹਾਂ ਤਾਂ ਸਾਨੂੰ ਇਹ ਬਿਲਕੁਲ ਆਸਾਨੀ ਦੇ ਨਾਲ ਸਮਝ ਆ ਜਾਏ। ਸੋ ਅਸੀਂ ਥਿਊਰੀ ਸਟਾਰਟ ਕਰਦੇ ਹਾਂ ਜੀ। ਜੀਨ ਪਿਆਜੇ ਦੀ ਥਿਊਰੀ ਹੈ ਜੀ। ਥਿਊਰੀ ਦਾ ਨਾਮ ਹੈ ਜੀ ਕੋਗਨੇਟਿਵ ਡਿਵੈਲਪਮੈਂਟ। ਇਹਦੇ ਵਿੱਚ ਸਭ ਤੋਂ ਪਹਿਲਾਂ ਸਟਾਰਟਿੰਗ 'ਤੇ ਸਾਡੇ ਕੋਲ ਆਉਂਦਾ ਰਚਨਾਵਾਦ, ਕੰਸਟਰਕਟਿਜ਼ਮ। ਇਹ ਰਚਨਾਵਾਦ ਕੀ ਹੁੰਦਾ ਪਹਿਲਾਂ ਇਸ ਚੀਜ਼ ਨੂੰ ਸਮਝੋ। ਰਚਨਾਵਾਦ ਹੈ ਇੱਕ ਸਿਰਜਨਾਤਮਕਵਾਦ ਹੈ, ਇਹਨੂੰ ਨਿਰਮਾਣਵਾਦ ਵੀ ਬੋਲ ਦਿੰਦੇ ਆ। ਵੀ ਜੋ ਅਸੀਂ ਕਰ ਰਹੇ ਹਾਂ ਸਾਡੀ ਬੁੱਧੀ ਦੇ ਆਧਾਰ 'ਤੇ ਅਸੀਂ ਇੱਕ ਕੰਮ ਨੂੰ ਨਵੇਂ ਤਰੀਕੇ ਦੇ ਨਾਲ ਦੇਖਣਾ, ਮਤਲਬ ਉਸ ਕੰਮ ਦੇ ਵਿੱਚੋਂ ਹੋਰ ਕੀ ਕੀ ਬੈਨੀਫਿਟਸ ਨਿਕਲ ਸਕਦੇ ਨੇ। ਇੱਕ ਕੰਮ ਨੂੰ ਆਪਣੀ ਸੋਚ ਵੱਖਰੇ ਤਰੀਕੇ ਦੇ ਨਾਲ ਅਤੇ ਵੱਖਰੇ ਢੰਗ ਦੇ ਨਾਲ ਦੇਖ ਕੇ ਕਰਨਾ, ਸੋਚ ਕੇ ਕਰਨਾ, ਉਸ ਨੂੰ ਅਸੀਂ ਕਹਿੰਦੇ ਹਾਂ ਕੰਸਟਰਕਟਿਜ਼ਮ। ਇਹਦੇ ਵਿੱਚ ਡਾਇਰੈਕਟ ਰੂਪ ਕੰਮ ਕਰਦੀ ਹੈ ਸਾਡੀ ਇੰਟੈਲੀਜੈਂਸ, ਜਿਹੜੀ ਸਾਡੀ ਬੁੱਧੀ ਹੈ। ਕੰਸਟਰਕਟਿਜ਼ਮ ਦੇ ਉੱਤੇ ਨਾ ਸਾਡੇ ਕੋਲ ਸਾਈਕੋਲੋਜੀ ਦੇ ਵਿੱਚ 2 ਵਿਗਿਆਨੀ ਹੋਏ ਆ, ਮਨੋਵਿਗਿਆਨੀ। ਇੱਕ ਲਿਓ ਵਾਈਗੋਸਕੀ ਹੋਏ ਨੇ ਅਤੇ ਇੱਕ ਜੀਨ ਪਿਆਜੇ ਸਾਹਿਬ। ਇਹਨਾਂ ਨੇ ਕੰਸਟਰਕਟਿਜ਼ਮ ਦੇ ਉੱਤੇ ਕੰਮ ਕੀਤਾ ਹੈ। ਜਿਹੜਾ ਕੰਸਟਰਕਟਿਜ਼ਮ ਹੈ ਨਾ, ਤਾਂ ਇਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਕੁਐਸਚਨ ਹੈ ਕੰਸਟਰਕਟਿਜ਼ਮ ਫਰੇਮਵਰਕ। ਤਾਂ ਇਹ ਕਿਸ ਦੀ ਦੇਣ ਹੈ? ਇਹ ਜੀਨ ਪਿਆਜੇ ਦੀ ਦੇਣ ਹੈ। ਇਸ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਸਮਝੋ। ਕੰਸਟਰਕਟਿਜ਼ਮ ਕੀ ਹੈ ਰਾਜੇ? ਜਦੋਂ ਅਸੀਂ ਕਿਸੇ ਕੰਮ ਨੂੰ ਕਰਦੇ ਹਾਂ ਉਸ ਕੰਮ ਨੂੰ ਅਸੀਂ ਆਪਣੇ ਵੱਖਰੇ ਤਰੀਕੇ ਨਾਲ ਕਿਵੇਂ ਕਰਦੇ ਹਾਂ, ਵੱਖਰੇ ਢੰਗ ਨਾਲ ਕਿਵੇਂ ਪੇਸ਼ ਕਰਦੇ ਹਾਂ, ਵੱਖਰੇ ਸਮਝ ਨਾਲ ਕਿਵੇਂ ਪੇਸ਼ ਕਰਦੇ ਹਾਂ, ਅਤੇ ਉਹ ਪੇਸ਼ਕਾਰੀ ਅਤੇ ਉਹ ਕੰਮ ਕਰਨ ਦਾ ਤਰੀਕਾ ਅਤੇ ਉਹ ਨਵਾਂ ਇਫੈਕਟ ਤਿਆਰ ਹੋਇਆ, ਉਹਨੂੰ ਕੰਸਟਰਕਟਿਜ਼ਮ ਬੋਲਦੇ ਆ। ਬੁੱਧੀ ਦੀ ਵਰਤੋਂ ਕਰਕੇ, ਕਿਉਂਕਿ ਇਹਦੇ ਵਿੱਚ ਸਿਰਫ ਅਤੇ ਸਿਰਫ ਇੱਕ ਹੀ ਕਿਰਿਆ ਹੁੰਦੀ ਹੈ ਜਿਹੜੀ ਬੌਧਿਕ ਕਿਰਿਆ ਹੁੰਦੀ ਹੈ। ਹੁਣ ਸਾਡੇ ਕੋਲ ਹੈ ਜੀ ਕੋਗਨੈਟਿਵ ਡਿਵੈਲਪਮੈਂਟ, ਮਤਲਬ ਥਿਊਰੀ। ਜੀਨ ਪਿਆਜੇ ਦੀ ਥਿਊਰੀ ਸਾਈਕੋਲੋਜੀ ਦੀ ਬਹੁਤ ਮਹੱਤਵਪੂਰਨ ਥਿਊਰੀ ਹੈ ਜੀ। ਗਿਆਨ ਆਤਮਕ ਵਿਕਾਸ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹ ਜਿਵੇਂ ਜਿਵੇਂ ਵੱਧਦਾ ਹੈ ਅਤੇ ਉਸ ਦੇ ਵਧਣ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਦੇ ਅੰਦਰ ਕੋਗਨੈਟਿਵ ਡਿਵੈਲਪਮੈਂਟ ਪੈਦਾ ਹੁੰਦੀ ਹੈ। ਸਭ ਤੋਂ ਪਹਿਲਾਂ ਜੀਨ ਪਿਆਜੇ ਬਾਰੇ ਜਾਣ ਲਓ। ਆ ਜੋ ਪਹਿਲੀ ਸਲਾਈਡ ਹੈ ਇਹਦੇ ਵਿੱਚੋਂ ਬਹੁਤ ਵਾਰ 2 ਕੁਐਸਚਨ ਬਣਦੇ ਆ, ਬਹੁਤ ਵਾਰ ਪੁੱਛੇ ਗਏ ਆ। ਇੱਕ ਸਾਲ ਇੱਕ ਛੱਡ ਕੇ ਜ਼ਰੂਰ ਪੁੱਛਿਆ ਜਾਂਦਾ ਇਹ ਕੁਐਸਚਨ। ਅਸੀਂ ਇਸ ਨੂੰ ਉਸੇ ਤਰੀਕੇ ਦੇ ਨਾਲ ਤਿਆਰ ਕਰਾਂਗੇ। ਤੁਸੀਂ ਥਿਊਰੀ ਦੇ ਵਿੱਚ ਇੱਥੋਂ ਹੀ ਲਿਖਣਾ ਸ਼ੁਰੂ ਕਰੋਗੇ ਕਿ ਜੀਨ ਪਿਆਜੇ ਸੀ ਜੋ ਉਹ ਸਵਿਟਜ਼ਰਲੈਂਡ ਦੇ ਬਾਇਓਲੋਜਿਸਟਿਕ ਸਨ, ਜੀਵ ਵਿਗਿਆਨੀ ਸਨ। ਜੀਨ ਪਿਆਜੇ ਨੂੰ ਬਾਲ ਮਨੋਵਿਗਿਆਨੀ ਵੀ ਕਿਹਾ ਜਾਂਦਾ ਕਿਉਂਕਿ ਜੀਨ ਪਿਆਜੇ ਨੇ ਬੱਚਿਆਂ ਦੇ ਉੱਪਰ ਇਸ ਥਿਊਰੀ ਦਾ ਪ੍ਰਯੋਗ ਕੀਤਾ ਸੀ। ਜੀਨ ਪਿਆਜੇ ਨੂੰ ਸਵਿਟਜ਼ਰਲੈਂਡ ਬਾਇਓਲੋਜਿਸਟਿਕ ਕਿਹਾ ਜਾਂਦਾ ਹੈ ਅਤੇ ਪੇਪਰ ਦੇ ਵਿੱਚ ਇਹ ਵੀ ਆ ਜਾਂਦਾ ਕਿ ਸਵਿਸ ਦੇ ਬਾਇਓਲੋਜਿਸਟਿਕ ਕੌਣ ਸਨ, ਤਾਂ ਉਹ ਜੀਨ ਪਿਆਜੇ। ਜੀਨ ਪਿਆਜੇ ਇੱਕ ਫਿਲੋਸਫਰ ਸੀ, ਜੀਨ ਪਿਆਜੇ ਇੱਕ ਸਾਈਕੋਲੋਜਿਸਟ ਸੀ, ਜੀਨ ਪਿਆਜੇ ਜਿਹੜੇ ਸੀ ਬਾਇਓਲੋਜਿਸਟ ਸੀਗੇ। ਅਤੇ ਜੀਨ ਪਿਆਜੇ ਦੇ ਇਸ ਥਿਊਰੀ ਨੂੰ ਰਾਜੇ ਨੋਬਲ ਪੁਰਸਕਾਰ ਮਿਲਿਆ ਹੋਇਆ। ਨੋਬਲ ਪੁਰਸਕਾਰ ਕਹਿੰਦੇ ਜੀ ਇਹਨਾਂ ਨੂੰ ਨਾ ਚਾਈਲਡ ਆਫ ਫਾਦਰ ਕਿਹਾ ਜਾਂਦਾ ਸੀਗਾ ਜੀ, ਜਿੱਦਾਂ ਫਾਦਰ ਆਫ ਚਾਈਲਡ ਸਾਈਕੋਲੋਜੀ। ਕਿ ਜਿਹੜਾ ਕਾਰਨ ਕੀ ਸੀ ਕਿ ਇਹਨਾਂ ਨੇ ਬੱਚਿਆਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਸੀ। ਉਸ ਐਕਸਪੈਰੀਮੈਂਟ ਦੇ ਬਿਹਾਫ 'ਤੇ ਇਹਨਾਂ ਨੂੰ
ਫਾਦਰ ਆਫ ਚਾਈਲਡ ਸਾਈਕੋਲੋਜੀ ਕਿਹਾ ਜਾਂਦਾ ਹੈ। ਕਿਤੇ ਨਾ ਕਿਤੇ ਇਹਨਾਂ ਨੂੰ ਚਾਈਲਡ ਲਿਟਲ ਸਾਇੰਟਿਸਟ ਵੀ ਕਿਹਾ ਗਿਆ। ਮੋਸਟਲੀ ਬਹੁਤ ਵਾਰ ਇਹ ਕੁਐਸਚਨਾਂ ਨੂੰ ਰਿਪੀਟਡ ਕਰਦਾ, ਬਟ ਇਹਨੂੰ ਹੁਣ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਪਾ ਦਿੰਦਾ ਕਿ ਉਹ ਚਾਈਲਡ ਲਿਟਲ ਸਾਇੰਟਿਸਟ ਬੱਚਿਆਂ ਨੂੰ ਵੀ ਕਹਿੰਦਾ ਜੀਨ ਪਿਆਜੇ। ਜੀਨ ਪਿਆਜੇ ਖੁਦ ਕਹਿੰਦਾ ਕਿ ਜਿਹੜੇ ਬੱਚੇ ਆ ਨਾ ਇੱਕ ਸਾਇੰਟਿਸਟ ਹੁੰਦੇ ਨੇ, ਇਹ ਆਪਣੇ ਤਰੀਕੇ ਦੇ ਨਾਲ, ਆਪਣੀ ਸੋਚ ਦੇ ਨਾਲ, ਆਪਣੇ ਢੰਗ ਦੇ ਨਾਲ ਕੰਮ ਕਰਦੇ ਨੇ। ਅਸੀਂ ਜੋ ਕਰਦੇ ਹਾਂ ਫਿਰ ਉਸ ਤੋਂ ਬਾਅਦ ਉਸ ਕੰਮ ਨੂੰ ਦੇਖ ਕੇ ਇਹ ਆਪਣੇ ਤਰੀਕੇ ਦੇ ਨਾਲ ਉਸ ਕੰਮ ਨੂੰ ਕਰਦੇ ਨੇ। ਆਪਾਂ ਤਾਂ ਕਹਿੰਦੇ ਨਾ ਆਪਾਂ ਨੂੰ ਵੇਖ ਕੇ ਕਰ ਰਹੇ, ਨਹੀਂ, ਉਸ ਤੋਂ ਬਾਅਦ ਇਹ ਆਪਦੀ ਕਿਰਿਆ ਨੂੰ ਦਰਸਾਉਂਦੇ ਨੇ, ਉਸ ਦੇ ਵਿੱਚ ਦੁਬਾਰਾ ਉਸ ਕੰਮ ਨੂੰ ਕਰਦੇ ਨੇ। ਠੀਕ ਹੈ ਜੀ। ਤਾਂ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ, ਕੀ ਕਿਹਾ ਜਾਂਦਾ ਜੀ, ਹਾਂ, ਦ ਚਾਈਲਡ ਲਿਟਲ ਸਾਇੰਟਿਸਟ। ਹੀ ਇਜ਼ ਆਲਸੋ ਨੋਨ ਐਜ਼ ਏ ਕੰਸਟਰਕਟਿਜ਼ਮ। ਇਹਨਾਂ ਨੂੰ ਕੰਸਟਰਕਟਿਜ਼ਮ ਵੀ ਇਹਨਾਂ ਨੂੰ ਨਾਮ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਹਨਾਂ ਨੇ ਜਿਹੜਾ ਨਿਰਮਾਣ ਕੀਤਾ ਸੀਗਾ ਕੰਸਟਰਕਟ ਫਰੇਮਵਰਕ ਦਾ, ਉਸ ਲਈ ਇਹਨਾਂ ਨੂੰ ਕੰਸਟਰਕਟਿਜ਼ਮ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ। ਕੋਗਨੈਟਿਵ ਡਿਵੈਲਪਮੈਂਟ ਜਿਹੜੀ ਥਿਊਰੀ ਹੈ ਰਾਜੇ, ਕੋਗਨੈਟਿਵ ਡਿਵੈਲਪਮੈਂਟ ਥਿਊਰੀ ਹੈ ਨਾ, ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਗਿਆਨਾਤਮਕ ਵਿਕਾਸ, ਉਹ ਬੱਚੇ ਦੇ ਵਿੱਚ ਵੇਖਦਾ। ਜੀਨ ਪਿਆਜੇ ਕਹਿੰਦਾ ਗਿਆਨਾਤਮਕ ਵਿਕਾਸ ਕਿਵੇਂ ਡਿਵੈਲਪ ਹੁੰਦਾ ਹੈ, ਕਿਸ ਸਟੇਜ ਤੋਂ ਸ਼ੁਰੂ ਹੁੰਦਾ, ਕਿਸ ਸਟੇਜ 'ਤੇ ਜਾ ਕੇ ਪੂਰਨ ਰੂਪ ਦੇ ਵਿੱਚ ਡਿਵੈਲਪ ਹੋ ਜਾਂਦਾ ਹੈ। ਇੱਥੇ ਇੱਕ ਧਿਆਨਪੂਰਵਕ ਜਾਣਨ ਵਾਲੀ ਜੀ ਗੱਲ ਹੈ ਕਿ ਜੀਨ ਪਿਆਜੇ ਨੇ ਨਾ ਜਦੋਂ ਐਕਸਪੈਰੀਮੈਂਟ ਕੀਤਾ, ਤਾਂ ਜੀਨ ਪਿਆਜੇ ਨੇ ਆਪਦੇ ਬੱਚਿਆਂ 'ਤੇ ਐਕਸਪੈਰੀਮੈਂਟ ਕੀਤਾ, ਮਤਲਬ ਆਪਣੇ ਬੱਚਿਆਂ 'ਤੇ। ਜੀਨ ਪਿਆਜੇ ਨੇ ਆਪਣੇ ਬੱਚਿਆਂ 'ਤੇ ਐਕਸਪੈਰੀਮੈਂਟ ਕੀਤਾ। ਜਿਵੇਂ ਇਹਦੇ ਬੱਚੇ ਦਾ ਜਨਮ ਹੁੰਦਾ, ਉਸ ਜਨਮ ਤੋਂ ਲੈ ਕੇ ਨੈਕਸਟ ਜਿਵੇਂ ਜਿਵੇਂ ਇਹ ਵੱਧਦਾ ਜਾਂਦਾ, ਉਹ ਬੱਚੇ ਦੇ ਉਸ ਤਰੀਕੇ ਨਾਲ ਐਕਸਪੈਰੀਮੈਂਟ ਕਰਦਾ ਜਾਂਦਾ ਰਾਜੇ। ਇਸ ਨੂੰ ਰਿਸਰਚ ਦੇ ਵਿੱਚ ਬੋਲਦੇ ਆ ਲੌਂਗੀਟਿਊਡਨਲ ਰਿਸਰਚ, ਮਤਲਬ ਇੱਕ ਦਿਸ਼ਾ ਤੋਂ ਦੂਸਰੀ ਦਿਸ਼ਾ ਤੱਕ ਲੰਮੇ ਸਮੇਂ ਤੱਕ ਚੱਲਣ ਵਾਲੀ ਰਿਸਰਚ। ਕੀ ਬੋਲਦੇ ਆ? ਲੌਂਗੀਟਿਊਡਨਲ ਰਿਸਰਚ। ਮੇਰੀ ਇਹ ਗੱਲ ਨੂੰ ਧਿਆਨ ਰੱਖ ਲਓ, ਕਿਉਂਕਿ ਇਹਦੇ ਪੂਰੇ ਪੋਰਸ਼ਨ ਦੇ ਵਿੱਚੋਂ ਜੇ ਨਵਾਂ ਕੁਐਸਚਨ ਕ੍ਰੀਏਟ ਹੋਊਗਾ ਨਾ, ਤਾਂ ਇਹ ਹੀ ਹੋ ਸਕਦਾ ਆਉਣ ਵਾਲੇ ਪੇਪਰ ਦੇ ਵਿੱਚ ਕਿ ਜਿਹੜੀ ਹੈਗੀ ਆ ਲੌਂਗੀਟਿਊਡਨਲ ਰਿਸਰਚ ਦੇ ਆਧਾਰ 'ਤੇ ਕਿਸ ਮਨੋਵਿਗਿਆਨੀ ਨੇ ਕੰਮ ਕੀਤਾ ਸੀ, ਤਾਂ ਉਹ ਜੀਨ ਪਿਆਜੇ ਸੀ। ਕਿਉਂਕਿ ਇਹ 0 ਤੋਂ ਲੈ ਕੇ ਸ਼ੁਰੂ ਕਰੂਗਾ ਅਤੇ ਬੱਚੇ ਦੇ 15 ਸਾਲ ਤੱਕ ਬੱਚੇ ਨੂੰ ਓਬਜ਼ਰਵ ਕਰਦਾ। ਇਹ 15 ਸਾਲ ਤੱਕ ਉਸ ਬੱਚੇ 'ਤੇ ਐਕਸਪੈਰੀਮੈਂਟ ਚੱਲ ਰਿਹਾ ਹੁੰਦਾ। ਤਾਂ ਇਹ ਐਕਸਪੈਰੀਮੈਂਟ, ਇਹ ਰਿਸਰਚ ਜਿਹੜੀ ਹੈ ਰਾਜੇ, ਇਹ ਲੌਂਗੀਟਿਊਡਨਲ ਰਿਸਰਚ ਹੈ। ਇਹਨਾਂ ਨੇ ਆਪਣੇ ਸਿਧਾਂਤ ਦਾ ਨਾਮ ਰੱਖਿਆ ਕੋਗਨੈਟਿਵ ਡਿਵੈਲਪਮੈਂਟ, ਪਰ ਅਸੀਂ ਇਹਨਾਂ ਦੇ ਸਿਧਾਂਤ ਨੂੰ ਵੱਖ-ਵੱਖ ਨਾਵਾਂ ਨਾਲ ਜਾਣਦੇ ਹਾਂ। ਮੋਸਟਲੀ ਪੇਪਰ ਦੇ ਵਿੱਚ ਇਹਨਾਂ ਦੇ ਸਿਧਾਂਤ ਦੇ ਨਾਵਾਂ ਤੋਂ ਕੁਐਸਚਨ ਆਇਆ ਹੀ ਆਇਆ ਹੈ। ਅਸੀਂ ਉਹਨਾਂ ਦੇ ਨਾਵਾਂ ਬਾਰੇ ਵੀ ਪੜ੍ਹਾਂਗੇ। ਇਹਨਾਂ ਦੇ ਸਿਧਾਂਤ ਨੂੰ ਸਟੇਜ ਸਿਧਾਂਤ ਵੀ ਬੋਲਦੇ ਆ। ਕਿਉਂ ਬੋਲਦੇ ਆ ਸਟੇਜ ਸਿਧਾਂਤ? ਕਿਉਂਕਿ ਇਹਦੇ ਵਿੱਚ 4 ਸਟੇਜਾਂ ਦਿੱਤੀਆਂ ਗਈਆਂ ਸੀਗੀਆਂ। ਇਹਨਾਂ ਦੇ ਸਿਧਾਂਤ ਨੂੰ ਖੋਜ ਅਤੇ ਨਿਰਮਾਣ ਦਾ ਸਿਧਾਂਤ ਵੀ ਬੋਲਦੇ ਆ। ਕਿਉਂ ਬੋਲਦੇ ਆ? ਕਿਉਂਕਿ ਇੱਕ ਨਵੀਂ ਰਿਸਰਚ ਹੋ ਰਹੀ ਹੈ ਅਤੇ ਕ੍ਰੀਏਟ ਕੀ ਹੋ ਰਿਹਾ? ਕੰਸਟਰਕਟਿਜ਼ਮ ਕ੍ਰੀਏਟ ਹੋ ਰਿਹਾ। ਇਹਨਾਂ ਦੇ ਸਿਧਾਂਤ ਨੂੰ ਸੰਗਿਆਨਾਤਮਕ ਸਿਧਾਂਤ ਵੀ ਬੋਲਦੇ ਆ। ਹਿੰਦੀ ਦੇ ਵਿੱਚ ਗਿਆਨਾਤਮਕ ਨੂੰ ਸੰਗਿਆਨਾਤਮਕ ਸਿਧਾਂਤ ਬੋਲਿਆ ਜਾਂਦਾ ਹੈ। ਅਤੇ ਗਿਆਨਾਤਮਕ ਵਿਕਾਸ ਦਾ ਸਿਧਾਂਤ ਆ ਆਲਰੇਡੀ ਆਪਾਂ ਨੂੰ ਪਤਾ ਹੀ ਹੈ, ਕੋਗਨੈਟਿਵ ਡਿਵੈਲਪਮੈਂਟ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਗਿਆਨਾਤਮਕ ਸਿਧਾਂਤ ਬੋਲਦੇ ਹਾਂ। ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜੀਨ ਪਿਆਜੇ ਇੱਕ ਫਿਲੋਸਫਰ ਸੀਗੇ। ਫਿਲੋਸਫੀ ਦੇ ਵਿੱਚ ਨਾ ਜਦੋਂ ਸਾਈਕੋਲੋਜੀ ਸਟਾਰਟ ਹੁੰਦੀ ਹੈ ਤਾਂ ਫਿਲੋਸਫਰਸ ਇਸ ਚੀਜ਼ 'ਤੇ ਅੜੇ ਰਹੇ ਕਿ ਵਾਟ ਇਜ਼ ਦਾ ਸਾਈਕੋਲੋਜੀ। ਇੱਕ ਕਹਿੰਦਾ ਸਟੱਡੀ ਆਫ ਸੋਲ, ਦੂਜਾ ਕਹਿੰਦਾ ਸਟੱਡੀ ਆਫ ਮਾਈਂਡ, ਤੀਜਾ ਕਹਿੰਦਾ ਸਟੱਡੀ ਆਫ ਬਿਹੇਵੀਅਰ, ਇੱਕ ਕਹਿੰਦਾ ਸਟੱਡੀ ਆਫ ਕੌਨਸ਼ੀਅਸ। ਅਸੀਂ ਇੱਥੋਂ ਚੱਲੇ ਹੌਲੀ ਹੌਲੀ, ਤਾਂ ਮਾਈਂਡ ਨੂੰ ਅਸੀਂ ਇੱਕ ਧੁਰ ਬਣਾ ਲਿਆ ਕਿ ਜਦੋਂ ਸਟੱਡੀ ਕਰਦਾ ਤਾਂ ਮਾਈਂਡ ਨੂੰ ਕਰਦੇ ਹਾਂ। ਜਦੋਂ ਮਾਈਂਡ ਆਇਆ ਤਾਂ ਉੱਥੇ ਗੱਲ ਪਤਾ ਲੱਗੀ ਕਿ ਜੀਨ ਪਿਆਜੇ ਨੇ ਗਿਆਨਾਤਮਕ ਵਿਕਾਸ ਦੇ ਵਿੱਚ ਮਾਈਂਡ ਨੂੰ 2 ਭਾਗਾਂ 'ਚ ਵੰਡਿਆ ਸੀਗਾ। ਉਹ 2 ਭਾਗ ਸੀਗੇ, ਇੱਕ ਤਾਂ ਸੀਗਾ ਕੋਗਨੈਟਿਵ ਸਟਰਕਚਰ, ਇੱਕ ਸੀਗਾ ਕੋਗਨੈਟਿਵ ਫੰਕਸ਼ਨਿੰਗ। ਸਟਰਕਚਰ ਕੀ ਹੁੰਦਾ? ਬਣਤਰ। ਫੰਕਸ਼ਨਿੰਗ ਕੀ ਹੈ? ਕਿਵੇਂ ਕਿਰਿਆ ਕਰਦੀ ਹੈ। ਮਤਲਬ ਕਿ ਹਰ ਇੱਕ ਵਿਅਕਤੀ ਦਾ ਇੱਕ ਵੱਖਰਾ ਵੱਖਰਾ ਸਟਰਕਚਰ ਹੈ ਅਤੇ ਸਾਡਾ ਕੰਮ ਕਰਨ ਦਾ ਵੱਖਰਾ ਵੱਖਰਾ ਫੰਕਸ਼ਨਿੰਗ ਕਰਨ ਦਾ ਢੰਗ, ਤੌਰ ਤਰੀਕਾ ਹੈ। ਨੈਕਸਟ ਜੀ ਇਹਦੇ ਵਿੱਚ ਸਾਡੇ ਕੋਲ ਇਹ ਗੱਲ ਆ ਜਾਂਦੀ ਹੈ ਸਟਰਕਚਰ ਆਫ ਨੌਲੇਜ, ਕਿ ਜਿਹੜੇ ਸਟਰਕਚਰ ਆਫ ਨੌਲੇਜ ਹੈ ਨਾ, ਗਿਆਨ ਦਾ ਸੰਚਾਰ। ਇੱਕ ਵਰਡ ਦਿੱਤਾ ਸੀ ਜੀਨ ਪਿਆਜੇ ਨੇ, ਉਸ ਸ਼ਬਦ ਦੇ ਵਿੱਚ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ, ਸ਼ਬਦ ਭੁੱਲਣਾ ਨਹੀਂ ਗਾ, ਤੁਸੀਂ ਵੀ ਥਿਊਰੀ ਦੇ ਵਿੱਚ ਇਸ ਚੀਜ਼ ਨੂੰ ਲਿਖਣਾ ਹੀ ਲਿਖਣਾ ਹੈ। ਸਕੀਮਾ। ਸਕੀਮਾ ਕੀ ਹੈ? ਸਕੀਮਾ ਇਜ਼ ਦ ਬੇਸ ਆਫ ਦੀ ਨੌਲੇਜ। ਜੋ ਚੀਜ਼ ਤੁਹਾਡੇ ਦਿਮਾਗ 'ਚ ਗਿਆਨ ਦੇ ਰੂਪ 'ਚ ਉਤਰ ਗਈ, ਉਹ ਤੁਹਾਡੇ ਲਈ ਸਕੀਮਾ ਬਣ ਗਿਆ। ਕਿਉਂਕਿ ਦੇਖੋ, ਅਸੀਂ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ, ਸਾਰੀਆਂ ਦੀਆਂ ਸਾਰੀਆਂ ਅਸੀਂ ਚੀਜ਼ਾਂ ਮਾਂ ਦੇ ਪੇਟ 'ਚੋਂ ਨਹੀਂ ਸਿੱਖ ਕੇ ਆਉਂਦੇ। ਕਈ ਚੀਜ਼ਾਂ ਸਾਡੇ ਕੋਲ ਹੌਲੀ 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 ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਉਵੇਂ ਉਵੇਂ ਸਾਡੇ ਸਾਹਮਣੇ ਆਉਂਦੀਆਂ ਜਾਂਦੀਆਂ, ਅਤੇ ਉਹ ਚੀਜ਼ਾਂ ਦਾ ਗਿਆਨ ਸਾਡੇ ਅੰਦਰ ਜਾਂਦਾ ਰਹਿੰਦਾ। ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਪਾਣੀ ਕੀ ਹੈ, ਜਦੋਂ ਅਸੀਂ ਪਿਉਂਦੇ ਹਾਂ ਟੇਸਟ ਹੁੰਦਾ, ਟੇਸਟ ਤੋਂ ਬਾਅਦ ਕਲੀਅਰ ਹੁੰਦਾ। ਫਿਰ ਕਈ ਸਟੇਜ ਤੱਕ ਤਾਂ ਅਸੀਂ ਉਹਨੂੰ ਹਰ ਇੱਕ ਚੀਜ਼ ਪਾਣੀ ਪਾਣੀ ਕਹਿ ਕੇ ਪਿਉਂਦੇ ਰਹਿੰਦੇ ਹਾਂ, ਪਰ ਇੱਕ ਇਹੋ ਜਿਹੀ ਸਟੇਜ ਆ ਜਾਂਦੀ ਹੈ ਜਿੱਥੇ ਉਹਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ, ਇਹ ਪਾਣੀ ਨਹੀਂ, ਇਹ ਦੁੱਧ ਹੈ, ਇਹ ਦੁੱਧ ਨਹੀਂ, ਇਹ ਚਾਹ। ਮਤਲਬ ਜਦੋਂ ਇਹ ਚੀਜ਼ਾਂ ਕਲੀਅਰ ਹੋ ਗਈਆਂ, ਡਿਫਰੈਂਸ ਕਲੀਅਰ ਹੋ ਗਿਆ, ਤਾਂ ਇੱਕ ਚੀਜ਼ ਪ੍ਰਤੀ ਜੋ ਸਕੀਮਾ ਬਣਿਆ, ਸਕੀਮਾ ਕੀ ਬਣ ਗਿਆ?
ਸਕੀਮਾ ਇਹ ਬਣ ਗਿਆ ਕਿ ਉਸ ਚੀਜ਼ ਦਾ ਨਾਮ ਤੇ ਉਸ ਦੇ ਨਾਮ ਦੇ ਨਾਲ ਉਸ ਦੇ ਜਿਹੜੇ ਬੈਨੀਫਿਟਸ ਨੇ, ਉਹ ਜਿਹੜੇ ਉਹਦੇ ਓਬਜੈਕਟਿਵ ਨੇ, ਉਹ ਸਾਰੇ ਉਸ ਨੂੰ ਰਿਪਰੈਜ਼ੈਂਟ ਕਰ ਰਹੇ। ਮਤਲਬ ਸਮਝ ਰਹੇ ਹੋ ਨਾ, ਪਾਣੀ ਦੀ ਪਰਿਭਾਸ਼ਾ ਉਹਨੂੰ ਕਲੀਅਰ ਹੋ ਗਈ, ਚਾਹ ਬਾਰੇ ਉਹਨੂੰ ਕਲੀਅਰ ਹੋ ਗਿਆ, ਦੁੱਧ ਬਾਰੇ ਉਹਨੂੰ ਕਲੀਅਰ ਹੋ ਗਿਆ। ਮਤਲਬ ਇੱਥੇ ਉਹਦਾ ਸਕੀਮਾ 3 ਰੂਪ 'ਚ ਬਣ ਚੁੱਕਿਆ। ਸਕੀਮਾ ਕੀ ਹੈ? ਜੋ ਤੁਹਾਡਾ ਗਿਆਨ ਹੈ ਉਹ ਤੁਹਾਡਾ ਸਕੀਮਾ ਹੈ। ਸਕੀਮਾ 2 ਟਾਈਪ ਹੁੰਦਾ ਰਾਜੇ, ਬਹੁਤ ਘੱਟ ਕਿਤਾਬਾਂ ਦੇ ਵਿੱਚ ਇਸ ਚੀਜ਼ ਨੂੰ ਦਰਸਾਇਆ ਗਿਆ। ਸਕੀਮਾ 2 ਟਾਈਪ ਹੁੰਦਾ। ਸਕੀਮਾ ਜਿਹੜਾ ਹੈਗਾ, ਇੱਕ ਕੋਗਨੈਟਿਵ ਸਕੀਮਾ ਹੁੰਦਾ, ਇੱਕ ਬਿਹੇਵਰਿਸਟਿਕ ਸਕੀਮਾ ਹੁੰਦਾ। ਦੇਖੋ, ਬਹੁਤ ਸਧਾਰਨ ਜਿਹੇ ਤਰੀਕੇ ਨਾਲ ਇਹ ਗੱਲ ਸਮਝ ਆਏਗੀ ਤੁਹਾਨੂੰ ਕਿ ਇੱਕ ਸਮੱਸਿਆ ਆ ਗਈ, ਉਹ ਸਮੱਸਿਆ ਦਾ ਹੱਲ ਤੁਸੀਂ ਤੁਹਾਡੇ ਗਿਆਨ ਦੇ ਨਾਲ ਕੱਢਣਾ। ਕਿਵੇਂ? ਉਦਾਹਰਨ ਲਓ, ਤੁਹਾਨੂੰ ਬਲੈਕ ਬੋਰਡ 'ਤੇ ਤੁਹਾਡੇ ਮੈਥ ਵਾਲੇ ਅਧਿਆਪਕ ਨੇ ਇੱਕ ਸਵਾਲ ਪਾਤਾ। ਸਵਾਲ ਦੇ ਵਿੱਚ ਉਹਨਾਂ ਨੇ ਮੰਨ ਲਓ ਇਹ ਲਿਖਤਾ 2 ਗੁਣਾ 2 ਮਾਈਨਸ 1। ਹੁਣ ਇਹ ਕੀ ਹੋ ਗਿਆ? ਇੱਕ ਕੋਗਨੈਟਿਵ ਜਿਹੜੀ ਹੈਗੀ ਹੈ ਪ੍ਰੋਬਲਮ ਹੈ, ਇੱਕ ਸਾਡੇ ਕੋਲੇ ਗਿਆਨ ਦੀ ਸਮੱਸਿਆ ਹੈ ਵੀ ਜੇ ਸਾਨੂੰ ਹੁਣ ਗੁਣਾ ਤੇ ਮਾਈਨਸ ਆਉਂਦਾ ਹੋਊਗਾ ਤਾਂ ਹੀ ਹੱਲ ਕਰ ਸਕਦੇ ਹਾਂ। ਅਸੀਂ ਕੀਤਾ 2 ਗੁਣਾ 2 ਮਾਈਨਸ 1। ਪਹਿਲਾਂ ਅਸੀਂ 2 ਨੂੰ 2 ਨਾਲ ਗੁਣਾ ਕੀਤੀ ਅਤੇ ਜੋ ਆਨਸਰ ਆਇਆ ਉਹਦੇ ਵਿੱਚੋਂ ਅਸੀਂ 1 ਘਟਾ ਤਾ ਅਤੇ ਜੋ ਸਾਡੇ ਕੋਲ ਫਾਈਨਲ ਆਨਸਰ, ਟੋਟਲ ਆਨਸਰ ਬਣ ਗਿਆ। ਮਤਲਬ ਇਹ ਤਾਂ ਹੋ ਗਿਆ ਸਾਡਾ ਹਾਂਜੀ ਕੋਗਨੈਟਿਵ ਸਟਰਕਚਰ। ਹੁਣ ਅਸੀਂ ਗੱਲ ਕਰਾਂਗੇ ਬਿਹੇਵਰਿਸਟਿਕ ਸਟਰਕਚਰ ਦੀ। ਉਦਾਹਰਨ ਦੇ ਤੌਰ 'ਤੇ ਲਓ, ਤੁਸੀਂ ਆਪਣੇ ਵੱਡੇ ਭੈਣ ਭਰਾ ਤੋਂ ਕੋਈ ਗੱਲਬਾਤ ਪੁੱਛਣੀ ਹੈ ਜਾਂ ਤੁਸੀਂ ਆਪਣੇ ਮਾਤਾ ਪਿਤਾ ਨਾਲ ਕੋਈ ਆਪਣਾ ਟੌਪਿਕ ਡਿਸਕਸ ਕਰਨਾ, ਕੋਈ ਵੀ ਤੁਸੀਂ ਉਹਨਾਂ ਤੋਂ ਪਰਮਿਸ਼ਨ ਲੈਣੀ ਹੈ। ਤੁਸੀਂ ਜੋ ਉਹਨਾਂ ਦੇ ਰੂਮ ਦੇ ਵਿੱਚ ਐਂਟਰ ਕਰਦੇ ਹੋ, ਤੁਸੀਂ ਦੇਖਦੇ ਹੋ ਉਹਨਾਂ ਦਾ ਬਿਹੇਵੀਅਰ ਜਿਹੜਾ ਬੜਾ ਅਗਰੈਸਿਵ ਹੋਇਆ ਪਿਆ। ਉਹ ਕਿਸੇ ਦਫ਼ਤਰੀ ਕੰਮ ਨੂੰ ਲੈ ਕੇ ਅਗਰੈਸਿਵ ਨੇ, ਉਹ ਕਿਸੇ ਘਰ ਦੀ ਗੱਲ ਨੂੰ ਲੈ ਕੇ ਗੁੱਸੇ 'ਚ ਨੇ, ਕਿਸੇ ਵੀ ਕਾਰਨ ਹੋ ਗੁੱਸੇ ਦੇ ਵਿੱਚ ਬੈਠੇ ਨੇ ਅਤੇ ਤੁਸੀਂ ਉਸ ਚੀਜ਼ ਨੂੰ ਭਣਪ ਲਿਆ, ਮਤਲਬ ਮਹਿਸੂਸ ਕਰ ਲਿਆ ਕਿ ਉਹ ਗੁੱਸੇ 'ਚ ਨੇ। ਅਤੇ ਅਸੀਂ ਇੱਥੇ ਹੁਣ ਆਹ ਗੱਲ ਜੇ ਰੱਖਾਂਗੇ ਤਾਂ ਉਲਟਾ ਸਾਨੂੰ ਹੀ ਇਸ ਦਾ ਖਾਮਿਆਨਾ ਭੁਗਤਣਾ ਪੈਣਾ। ਤਾਂ ਉਸ ਸਮੇਂ ਜਦੋਂ ਤੁਸੀਂ ਉਹ ਗੱਲ ਨਹੀਂ ਰੱਖੀ, ਇਟ ਮੀਨਸ ਤੁਸੀਂ ਬਿਹੇਵਰਿਸਟਿਕ ਸਕੀਮੇ ਦੀ ਵਰਤੋਂ ਕੀਤੀ, ਤੁਹਾਨੂੰ ਉਹ ਗੱਲ ਕਲੀਅਰ ਹੋ ਗਈ ਕਿ ਇਹ ਸਹੀ ਸਿਚੁਏਸ਼ਨ ਹੈ ਨਹੀਂ ਗੀ, ਇਹ ਸਹੀ ਸਿਚੁਏਸ਼ਨ ਦੇ ਵਿੱਚ ਇਹ ਗੱਲ ਨਹੀਂ ਕੀਤੀ। ਜਦੋਂ ਅਸੀਂ ਸਾਹਮਣੇ ਵਾਲੇ ਵਿਅਕਤੀ ਦੇ ਵਿਵਹਾਰ ਨੂੰ ਵੇਖ ਕੇ ਆਪਦੀ ਨੌਲੇਜ ਦੀ ਵਰਤੋਂ ਕਰਦੇ ਹਾਂ ਤਾਂ ਬਿਹੇਵਰਿਸਟਿਕ ਸਕੀਮਾ। ਅਜਿਹੀ ਸਮੱਸਿਆ ਜਿਸ ਸਮੱਸਿਆ ਦਾ ਹੱਲ ਸਾਡੇ ਗਿਆਨ ਦੇ ਨਾਲ ਹੋਣਾ ਤਾਂ ਕੋਗਨੈਟਿਵ ਸਕੀਮਾ। ਸਕੀਮਾ ਇਜ਼ 2 ਟਾਈਪ। ਆਈ ਥਿੰਕ ਤੁਹਾਨੂੰ ਸਕੀਮਾ ਸਮਝ ਆ ਗਿਆ ਹੋਏਗਾ। ਅਤੇ ਪੰਜਾਬੀ ਦੇ ਵਿੱਚ ਸਕੀਮਾ ਨੂੰ ਆਰੇਖ ਵੀ ਕਿਹਾ ਗਿਆ ਹੈ। ਠੀਕ ਹੈ ਜੀ। ਹੁਣ ਚੱਲਦੇ ਹਾਂ ਇਹਨਾਂ ਦੀਆਂ ਸਟੇਜਾਂ ਵੱਲ। ਜੀਨ ਪਿਆਜੇ ਨੇ ਸਾਨੂੰ 4 ਸਟੇਜਾਂ ਦਿੱਤੀਆਂ। ਆਹ 4 ਸਟੇਜਾਂ ਦੇ ਨਾਮ ਤੁਹਾਨੂੰ ਟਿਪਸ 'ਤੇ ਹੋਣੇ ਚਾਹੀਦੇ ਹੈ, ਕਿਉਂਕਿ ਉਹਨੇ ਪੇਪਰ ਦੇ ਵਿੱਚ ਇੱਕ ਅੱਧੀ ਸਟੇਜ ਦਾ ਨਾਮ ਇੱਧਰ ਉੱਧਰ ਕਰਕੇ ਨੋਟ ਪਾ ਕੇ ਪੁੱਛ ਲੈਣਾ, ਜਾਂ ਉਹਨੇ ਪਾ ਦੇਣਾ ਇਹ 4 ਸਟੇਜਾਂ ਉੱਤੇ ਕੁਐਸਚਨ 'ਚ ਪਾ ਦੇਣੀਆਂ, ਥੱਲੇ ਮਨੋਵਿਗਿਆਨੀਆਂ ਦੇ ਨਾਮ ਪਾ ਦੇਣੇ ਵੀ ਇਹ 4 ਸਟੇਜਾਂ ਕਿਹਨੇ ਦਿੱਤੀਆਂ ਸੀ। ਜਾਂ ਉਹਨੇ ਇਹ ਪਾ ਦੇਣਾ ਪਹਿਲੀ ਸਟੇਜ ਦਾ ਟਾਈਮ ਟੂ ਟਾਈਮ ਕਿੰਨਾ ਸੀ, ਦੂਸਰੀ ਸਟੇਜ ਕਿੰਨੇ ਤੋਂ ਕਿੰਨੇ ਸੀ, ਤੀਸਰੀ ਸਟੇਜ ਕਿੰਨੇ ਤੋਂ ਕਿੰਨੇ ਸੀ, ਚੌਥੀ ਸਟੇਜ ਕਿੰਨੇ ਤੋਂ ਕਿੰਨੇ ਸੀ। ਸਮੇਂ ਬਾਰੇ ਥੋੜ੍ਹਾ ਜਿਹਾ ਡਾਊਟ ਹੈ, ਥੋੜ੍ਹਾ ਜਿਹਾ ਬਾਲਾ ਨੀਗਾ। ਸ਼ੁਰੂ ਇੱਥੋਂ ਹੀ ਹੋਊਗੀ, ਖ਼ਤਮ 15 ਤੇ ਹੀ ਹੋਊਗੀ। ਵਿਚਾਲੇ ਥੋੜ੍ਹਾ ਮੋਟਾ ਹਰ ਇੱਕ ਪਬਲਿਸ਼ਰ, ਹਰ ਇੱਕ ਜਿਹੜੇ ਰਾਈਟਰ ਹੈ, ਕਿਸੇ ਨਾ ਕਿਸੇ ਨੇ ਥੋੜ੍ਹਾ ਮੋਟਾ ਫਰਕ ਰੱਖਿਆ ਹੋਇਆ ਹੈ। ਚਲੋ ਆ ਜੋ ਅਸੀਂ ਕਰ ਰਹੇ ਹਾਂ, ਅਸੀਂ ਡਾਕਟਰ ਐਸ ਕੇ ਮੰਗਲ ਦੀ ਕਿਤਾਬ ਦਾ ਕਰ ਰਹੇ ਹਾਂ। ਸਾਈਕੋਲੋਜੀ ਦਾ ਜੋ ਪਾਰਟ ਹੈ ਨਾ, ਇਹ ਸਾਰਾ ਅਸੀਂ ਡਾਕਟਰ ਐਸ ਕੇ ਮੰਗਲ ਦੀ ਕਿਤਾਬ ਦਾ ਕਰ ਰਹੇ ਹਾਂ। ਮੋਸਟਲੀ ਸੇਮ ਟੂ ਸੇਮ ਤੁਹਾਨੂੰ ਬੁੱਕ ਦੇ ਵਿੱਚ ਉੱਥੇ ਮਿਲ ਜਾਏਗਾ। ਹੁਣ ਇਹਦੇ 'ਚ ਕੀ ਹੈ ਰਾਜੇ ਕਿ ਅਸੀਂ ਇਸ 4 ਸਟੇਜਾਂ ਨੂੰ ਯਾਦ ਕਰਨਾ ਹੈ। ਸਾਡੀ ਪਹਿਲੀ ਸਟੇਜ ਹੈ ਜਿਹੜੀ ਉਹ ਸੈਂਸਰੀ ਮੋਟਰ ਸਟੇਜ। ਮੈਂ ਇੱਥੇ ਤੁਹਾਨੂੰ ਇੱਕ ਰਿਕੁਐਸਟ ਹੀ ਕਰਦਾ, ਗੁਜ਼ਾਰਿਸ਼ ਕਰਦਾ, ਸੁਜੈਸ਼ਨ ਦਿੰਦਾ ਬੇਟੇ ਇੰਗਲਿਸ਼ 'ਚ ਯਾਦ ਕਰਨਾ ਹੈ। ਪੰਜਾਬੀ ਦੇ ਵਿੱਚ ਨਾ ਪਤਾ ਨਹੀਂ ਹੈ ਸ਼ਬਦ ਦਾ ਕੀ ਸ਼ਬਦ ਪਾ ਲੈਣਾ, ਮੁੜ ਕੇ ਆਪਾਂ ਉਲਝ ਜਾਣਾ। ਇੰਗਲਿਸ਼ 'ਚ ਸੈਂਸਰੀ ਮੋਟਰ ਸਟੇਜ ਹੀ ਆਊਗਾ, ਚਾਹੇ ਕੋਈ ਵੀ ਲਿਖਦੇ ਉਹ ਸੈਂਸਰੀ ਮੋਟਰ ਸਟੇਜ ਹੀ ਲਿਖੂਗਾ। ਪਹਿਲਾ ਆ ਗਿਆ ਸੈਂਸਰੀ ਮੋਟਰ ਸਟੇਜ। ਟਾਈਮ ਪੀਰੀਅਡ ਹੈ ਬਰਥ ਟੂ 2 ਈਅਰ। ਹੁਣ ਜਿੱਥੇ ਬਰਥ ਆ ਗਿਆ ਇੱਥੇ 0 ਵੀ ਆ ਸਕਦੀ ਹੈ, ਕਈਆਂ ਨੇ 0 ਪਾਈ ਹੈ। ਬਈ 0 ਨੂੰ ਬਰਥ ਲੈ ਕੇ ਨਿਕਲਦੇ ਹੈ। ਜਨਮ ਤੋਂ ਕੋਈ ਟਾਈਮ ਨਹੀਂ, 1 ਮਿੰਟ ਨਹੀਂ, 2 ਮਿੰਟ ਨਹੀਂ, 3 ਮਿੰਟ ਨਹੀਂ, ਜਿਵੇਂ ਜਨਮ ਹੋਇਆ ਟੂ ਦੀ ਪੁਆਇੰਟ ਤੋਂ ਚੱਲ ਪਈ ਗੱਲ, ਜਨਮ ਤੋਂ 0 ਤੋਂ, ਬਸ 0 ਤੋਂ 2 ਸਾਲ। ਸੈਕਿੰਡ ਸਟੇਜ ਆ ਗਈ ਪ੍ਰੀ ਓਪਰੇਸ਼ਨਲ ਸਟੇਜ, 2 ਸਾਲਾਂ ਤੋਂ 7 ਸਾਲ ਦੀ ਉਮਰ ਤੱਕ। ਥਰਡ ਸਟੇਜ ਆ ਗਈ ਕੰਕਰੀਟ ਓਪਰੇਸ਼ਨਲ ਸਟੇਜ, 7 ਤੋਂ 11 ਸਾਲ ਦੀ ਉਮਰ ਤੱਕ। ਫੋਰਥ ਸਟੇਜ ਆ ਗਈ ਫਾਰਮਲ ਓਪਰੇਸ਼ਨਲ ਸਟੇਜ, 11 ਤੋਂ 15 ਸਾਲ ਦੀ ਉਮਰ ਤੱਕ।
ਇਹ 4 ਸਟੇਜਾਂ ਸੀ। ਚਾਰੇ ਸਟੇਜਾਂ ਸੀਕੁਐਂਸ ਵਾਈਜ਼ ਯਾਦ ਕਰਨੀਆਂ, ਕੋਈ ਸਟੇਜ ਉੱਤੇ ਥੱਲੇ ਨਹੀਂ ਕਰਨੀ। ਸਾਰੀਆਂ ਸਟੇਜਾਂ ਸੀਕੁਐਂਸ ਵਾਈਜ਼ ਯਾਦ ਕਰਨੀਆਂ। ਸੀਕੁਐਂਸ ਵਾਈਜ਼ ਯਾਦ ਕਰੋਗੇ ਤਾਂ ਤੁਹਾਨੂੰ ਬਿਲਕੁਲ ਥਿਊਰੀ ਸਮਝ ਆ ਜਾਏਗੀ। ਨੈਕਸਟ ਹੁਣ ਅਸੀਂ ਕੱਲੀ ਸਟੇਜ ਦੇ ਵਿੱਚ ਚੱਲਾਂਗੇ ਅਤੇ ਕੀ ਕੁਛ ਦਿੱਤਾ ਸੀ ਜੀਨ ਪਿਆਜੇ ਨੇ, ਮੈਂ ਉਹਨਾਂ ਨੂੰ ਕੀਵਰਡਸ ਦੇ ਵਿੱਚ ਲਿਖਿਆ। ਕੀਵਰਡ ਮਤਲਬ ਵਹੀ ਜੋ ਸ਼ਬਦ ਨੇ ਨਾ, ਉਹਨਾਂ ਦੇ ਬਿਹਾਫ 'ਤੇ ਥਿਊਰੀ ਸਾਰੀ ਦੀ ਸਾਰੀ ਮੈਂ ਐਕਸਪਲੇਨ ਕਰੂੰਗਾ। ਅਤੇ ਇਹ ਸਾਰੇ ਦੇ ਸਾਰੇ ਤੁਹਾਨੂੰ, ਜੇ ਤੁਸੀਂ ਇਸ ਤੋਂ ਬਾਅਦ ਕਿਤੇ ਐਕਸਪੈਰੀਮੈਂਟ ਵੀ ਕਰਨਾ ਹੋਵੇ ਕਿ ਜੋ ਸਰ ਨੇ ਕਰਾਇਆ ਕੀ ਪੇਪਰ 'ਚ ਆਉਂਦਾ ਕਿ ਨਹੀਂ ਆਉਂਦਾ, ਤਾਂ ਤੁਸੀਂ ਕੋਈ ਵੀ PTET CTET ਦੋਨਾਂ ਨੂੰ ਚੱਕ ਲਿਆ ਜੇ ਕਿਸੇ ਵੀ ਪੇਪਰ ਨੂੰ, ਅਤੇ ਡੈਫੀਨੇਟ ਕੁਸ਼ਚਨ ਆਪਣੀ ਪੂਰੀ ਸਮਝਾਈ ਥਿਊਰੀ ਦੇ ਵਿੱਚੋਂ ਹੀ ਸੈੱਟ ਹੋਇਆ ਪਿਆ ਹੋਊਗਾ। ਨੈਕਸਟ ਚੱਲਦੇ ਹਾਂ ਜੀ। ਸੈਂਸਰੀ ਮੋਟਰ ਸਟੇਜ ਪਹਿਲੀ ਸਟੇਜ ਹੈ। ਸੈਂਸਰੀ ਮੋਟਰ ਸਟੇਜ ਸਾਡੇ ਕੋਲੇ ਪਹਿਲੀ ਸਟੇਜ। ਇਸ ਦੇ ਵਿੱਚ ਕੀ ਦੱਸਦਾ, ਟਾਈਮ ਪੀਰੀਅਡ ਤਾਂ ਲਿਖਤਾ ਆਪਾਂ, ਬਰਥ ਟੂ, ਮੈਂ ਬਰੈਕਟ ਦੇ ਵਿੱਚ 0 ਪਾਤੀ। ਹੁਣ ਬਰਥ ਟੂ 2 ਈਅਰ ਮਤਲਬ ਕਿ 0 ਤੋਂ 2 ਸਾਲ। ਇੱਥੇ ਕੀ ਕੀ ਚੀਜ਼ਾਂ ਹੁੰਦੀਆਂ ਇੱਥੇ? ਇੱਕ ਤਾਂ ਬੱਚੇ ਕੋਲੇ ਲੈਂਗੁਏਜ ਨਹੀਂ ਹੁੰਦੀ, ਭਾਸ਼ਾ ਦੀ ਅਣਹੋਂਦ ਹੁੰਦੀ ਹੈ। ਲਿਮਟਿਡ ਡਾਇਰੈਕਟ ਐਕਸਪੀਰੀਅੰਸ, ਬਹੁਤ ਘੱਟ ਸਿੱਧੇ ਰੂਪ ਦਾ ਅਨੁਭਵ। ਓਬਜੈਕਟ ਪਰਮਾਨੈਂਸ ਬਣਦਾ ਅਤੇ ਮੋਟਰ ਐਕਟੀਵਿਟੀਜ਼ ਹੁੰਦੀ ਹੈ। ਅਸੀਂ ਇਹਨਾਂ ਨੂੰ ਹੁਣ ਚਾਰੇ ਪੁਆਇੰਟਾਂ ਨੂੰ ਬੜੀ ਵਿਸਥਾਰ ਨਾਲ ਸਮਝਣਾ ਹੈ, ਅਤੇ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਕੁਸ਼ਚਨ ਨੂੰ ਆਪਣਾ ਪਹਿਲੀ ਸਟੇਜ ਨੂੰ ਤੁਸੀਂ ਥਿਊਰੀ ਪੂਰਵਕ ਲਿਖ ਸਕਦੇ ਹੋ। ਪਹਿਲੀ ਸਟੇਜ ਦੇ ਵਿੱਚ ਬੱਚੇ ਕੋਲੇ ਭਾਸ਼ਾ ਦਾ ਗਿਆਨ ਨਹੀਂ ਹੁੰਦਾ, ਮਤਲਬ ਭਾਸ਼ਾ ਤਾਂ ਹੁੰਦੀ ਨਹੀਂ, ਭਾਸ਼ਾ ਹੁੰਦੀ ਨਹੀਂ। ਬੱਚਾ ਸਿਰਫ ਫੀਲਿੰਗਸ ਦੇ ਨਾਲ, ਆਪਦੀ ਮਦਰ ਦੇ ਨਾਲ ਅਟੈਚਮੈਂਟ ਹੁੰਦੀ ਹੈ। ਸੈਕਿੰਡ, ਲਿਮਟਿਡ ਡਾਇਰੈਕਟ ਐਕਸਪੀਰੀਅੰਸ, ਬੱਚਾ ਤਾਂ ਆਪਦੀ ਮਾਂ ਦੀ ਗੋਦ 'ਚ, ਮਾਂ ਦੀ ਗੋਦ ਤੋਂ ਬਾਅਦ ਸਿਸਟਰ ਦੀ ਗੋਦ 'ਚ, ਸਿਸਟਰ ਦੀ ਗੋਦ ਤੋਂ ਬਾਅਦ ਚਾਚੀ, ਤਾਈ, ਭੂਆ, ਜਿਨ੍ਹਾਂ ਨੇ ਵੀ ਚੱਕਣਾ ਗੋਦ ਟੂ ਗੋਦ ਚੱਲਦਾ। ਮਤਲਬ ਪਹਿਲੀ ਗੋਦ 'ਚੋਂ ਫਿਰ ਦੂਸਰੇ ਦੀ ਗੋਦ 'ਚ, ਦੂਸਰੇ ਦੀ ਗੋਦ 'ਚੋਂ ਤੀਸਰੇ ਦੀ ਗੋਦ 'ਚ। ਇਹ ਜੋ ਚੀਜ਼ ਇਹਦੇ ਨੇੜੇ ਆਏਗੀ, ਜੇ ਮੰਮੀ ਨੇ ਚੈਨੀ ਪਾਈ ਹੈ ਤਾਂ ਚੈਨੀ ਇਹਦੇ ਨੇੜੇ ਆਈ ਤਾਂ ਚੈਨੀ ਟੱਚ ਕਰਨੀ ਹੈ। ਤੁਹਾਡੇ ਕੜਾ ਪਾਇਆ, ਤੁਸੀਂ ਬੱਚਾ ਚੱਕਿਆ ਨਹੀਂ, ਅਤੇ ਇਹ ਕੜੇ ਵਾਲਾ ਅਨੁਭਵ ਨਹੀਂ ਪਾ ਸਕਦਾ। ਅੰਡਰਸਟੈਂਡ ਕਰ ਰਹੇ ਹੋ ਨਾ? ਸਾਹਮਣੇ ਟੈਲੀਵਿਜ਼ਨ ਪਿਆ, ਬੱਚਾ ਸਾਹਮਣੇ ਬੈੱਡ 'ਤੇ ਬੈਠਾ, ਬੱਚਾ ਰਿਮੋਟ ਦੇ ਬੈੱਡ 'ਤੇ ਪਿਆ, ਕੋਲੇ ਪਿਆ, ਰਿਮੋਟ ਟੱਚ ਕਰਕੇ ਦੇਖ ਸਕਦਾ, ਬਟ ਟੈਲੀਵਿਜ਼ਨ ਟੱਚ ਕਰਕੇ ਨਹੀਂ ਦੇਖ ਸਕਦਾ। ਲਿਮਟਿਡ ਡਾਇਰੈਕਟ ਐਕਸਪੀਰੀਅੰਸ, ਸਮਝ ਰਹੇ ਹੋ ਨਾ ਗੱਲ ਨੂੰ? ਕਿ ਜੋ ਚੀਜ਼ਾਂ ਦੇ ਨੇੜੇ ਆ ਜਾਣਗੀਆਂ ਉਹ ਇਹ ਸਮਝ ਲੂਗਾ, ਉਹਨਾਂ ਦਾ ਪ੍ਰਭਾਵ ਵੀ ਸਮਝੂਗਾ, ਉਹਨਾਂ ਅਨੁਭਵ ਨੂੰ ਵੀ ਲਊਗਾ, ਉਹਨੂੰ ਟੱਚ ਕਰੂਗਾ, ਮਹਿਸੂਸ ਕਰੂਗਾ। ਇੱਥੇ ਬੱਚਾ ਜਕੜਨਾ, ਪਕੜਨਾ, ਰਗੜਨਾ ਇਹਨੂੰ ਸਿੱਖਦਾ। ਅਤੇ ਥਰੂ ਸਕੀਮਾ, ਜਦੋਂ ਇਹਦੀਆਂ ਚੀਜ਼ਾਂ ਚੱਲਦੀਆਂ ਨਾ ਤਾਂ ਬੱਚੇ ਕੋਲੇ ਸਕੀਮਾ ਆਇਆ ਹੁੰਦਾ ਉਸ ਟਾਈਮ। ਸਕੀਮਾ ਮਤਲਬ ਸਮਝ ਰਹੇ ਹੋ ਨਾ? ਹੁਣ ਜਦੋਂ ਬੱਚੇ ਨੇ ਰਿਮੋਟ ਨੂੰ ਪਕੜਿਆ ਮੁੱਠੀ ਦੇ ਵਿੱਚ ਤਾਂ ਬੱਚੇ ਨੇ ਨੌਲੇਜ ਦੇ ਵਿੱਚ ਕੋਈ ਚੀਜ਼ ਆ ਗਈ ਇਸ ਤਰ੍ਹਾਂ ਦੀ ਹਾਰਡ ਹੈ, ਇੱਦਾਂ ਉਹਦੇ ਵਿੱਚੋਂ ਇੱਦਾਂ ਦਾ ਮਹਿਸੂਸ, ਉਹ ਬੱਚਾ ਆਪਣੇ ਆਪ ਸਕੀਮਾ ਕ੍ਰੀਏਟ ਕਰ ਰਿਹਾ ਅੰਦਰ ਅੰਦਰ। ਨੈਕਸਟ ਆ ਗਿਆ ਜੀ ਸਾਡੇ ਕੋਲ ਓਬਜੈਕਟ ਪਰਮਾਨੈਂਸ। ਹੁਣ ਬੱਚੇ ਦੇ ਸਾਹਮਣੇ ਜਿਹੜੀ ਚੀਜ਼ ਆ ਗਈ ਉਹ ਵਸਤੂ ਤਾਂ ਬਣ ਗਈ, ਅਤੇ ਜਦੋਂ ਉਹ ਵਸਤੂ ਹਟ ਗਈ ਅਤੇ ਉਹ ਸਮਝੋ ਦਿਮਾਗ 'ਚੋਂ ਵੀ ਚੀਜ਼ ਹਟ ਗਈ। ਗੱਲ ਨੂੰ ਸਮਝੋ ਧਿਆਨ ਨਾਲ। ਦੇਖੋ ਓਬਜੈਕਟ ਪਰਮਾਨੈਂਸ ਕੀ ਹੈ, ਇਹ ਕਿਹੜੀ ਸਟੇਜ ਬਣਦਾ ਰਾਜੇ? ਹਾਂ, ਫਸਟ ਸਟੇਜ। ਸ਼ਾਬਾਸ਼, ਇਹ ਚੀਜ਼ਾਂ ਨਾਲ ਨਾਲ ਲਿਖਦੇ ਚੱਲੋ, ਯਾਦ ਕਰਦੇ ਚੱਲੋ। ਫਸਟ ਸਟੇਜ ਬਣਦਾ ਮਤਲਬ ਤੁਹਾਡੇ ਹੱਥ 'ਚ ਪੈਨ ਹੈ, ਤੁਸੀਂ ਬੱਚੇ ਦੇ ਸਾਹਮਣੇ ਆਏ, ਬੱਚੇ ਦੀਆਂ ਅੱਖਾਂ ਦੇ ਸਾਹਮਣੇ ਪੈਨ ਆਇਆ ਅਤੇ ਬੱਚੇ ਦੇ ਦਿਮਾਗ ਦੇ ਵਿੱਚ ਪੈਨ ਦਾ ਓਬਜੈਕਟ ਪਰਮਾਨੈਂਸ ਬਣ ਗਿਆ। ਹੁਣ ਤੁਸੀਂ ਪੈਨ ਬੱਚੇ ਨੂੰ ਫੜਾਤਾ, ਬੱਚਾ ਪੈਨ ਨਾਲ ਘੁਮਾ ਰਿਹਾ, ਖੇਡ ਰਿਹਾ। ਹੁਣ ਤੁਸੀਂ ਵਾਪਸ ਜੋਬ 'ਤੇ, ਕੰਮ 'ਤੇ, ਜਿੱਥੇ ਵੀ ਜਾਣਾ, ਵਾਪਸ ਚੱਲ ਰਿਹਾ, ਤਾਂ ਤੁਸੀਂ ਪੈਨ ਤੁਹਾਨੂੰ ਵਾਪਸ ਚਾਹੀਦਾ। ਤਾਂ ਜਿਵੇਂ ਬੱਚੇ ਤੋਂ ਪੈਨ ਪਕੜਿਆ, ਮਾਤਾ ਨੇ ਪੈਨ ਪਕੜਾ ਕੇ ਉਹਦੇ ਹੱਥ 'ਚ ਰਿਮੋਟ ਫੜਾ ਤਾ, ਤਾਂ ਉਹਦੇ ਦਿਮਾਗ 'ਚੋਂ ਪੈਨ ਪਾਸੇ ਹੋ ਗਿਆ ਅਤੇ ਓਬਜੈਕਟ ਪਰਮਾਨੈਂਸ ਦੇ ਰੂਪ 'ਚ ਉਹਨੂੰ ਰਿਮੋਟ ਬਣ ਗਿਆ। ਹੁਣ ਬੱਚਾ ਜਿੱਦ ਨਹੀਂ ਕਰ ਸਕਦਾ ਇਸ ਸਟੇਜ 'ਤੇ ਕਿ ਜੋ ਪਹਿਲਾਂ ਸੀ ਮੇਰੇ ਹੱਥ 'ਚ ਉਹ ਮੈਨੂੰ ਦੁਬਾਰਾ ਦਿੱਤੀ ਜਾਵੇ ਚੀਜ਼। ਬੱਚਾ 2 ਸੈਕਿੰਡ ਰੋਂਦਾ, ਉਸ ਤੋਂ ਬਾਅਦ ਰਿਮੋਟ ਨਾਲ ਖੇਡਣ ਲੱਗ ਜਾਂਦਾ। ਖੇਡਣ ਤੋਂ ਬਾਅਦ ਜੋ ਓਬਜੈਕਟ ਪਰਮਾਨੈਂਸ ਸੀ, ਜੋ ਤੁਹਾਡੇ ਸਾਹਮਣੇ ਬਣਿਆ, ਉਹ ਖਤਮ ਹੋ ਗਿਆ। ਜੀਨ ਪਿਆਜੇ ਇੱਥੇ ਕਹਿੰਦਾ ਕਿ ਮਨੁੱਖ ਦਾ ਦਿਮਾਗ ਹੈ ਜਿਹੜਾ ਇੱਕ ਲਾਇਬ੍ਰੇਰੀ ਹੈ। ਦੇਖੋ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਚੀਜ਼ਾਂ ਦੇਖਦੇ ਹਾਂ, ਉਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਸਮਾ ਜਾਂਦੀਆਂ। ਕਿਵੇਂ? ਇਹ ਕਦੇ ਤੁਸੀਂ ਇਕੱਲੇ ਬੈਠ ਕੇ ਐਕਸਪੈਰੀਮੈਂਟ ਕਰਕੇ ਦੇਖਿਆ ਜੇ? ਤੁਸੀਂ ਅੱਖਾਂ ਮੀਚ ਲਿਆ ਜੇ ਅਤੇ ਆਪਣੇ ਸਾਥੀ ਨੂੰ ਕਹੋ ਜੇ ਕਿ ਕੋਈ ਵੀ ਆਈਟਮ, ਕੋਈ ਵੀ ਚੀਜ਼, ਦੁਨੀਆ ਦੀ ਕਿਸੇ ਵੀ ਵਸਤੂ ਦਾ ਨਾਮ ਲਓ ਅਤੇ ਉਹ ਵਸਤੂ ਅਚਾਨਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਣੇਗੀ, ਬਟ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਤੁਹਾਨੂੰ। ਤਾਂ ਇੱਦਾਂ ਇਹਨੂੰ ਅਸੀਂ ਕਹਿ ਦਿੰਦੇ ਹਾਂ ਓਬਜੈਕਟ ਪਰਮਾਨੈਂਸ ਸਾਡੇ ਕੋਲ ਕ੍ਰੀਏਟ ਆ। ਹੁਣ ਸਾਡੇ ਕੋਲ ਉਹ ਸੇਵ ਹੋ ਗਿਆ ਸਾਡੀ ਮਾਈਂਡ ਦੀ ਲਾਇਬ੍ਰੇਰੀ ਦੇ ਵਿੱਚ। ਨੈਕਸਟ ਆ ਗਿਆ ਜੀ ਮੋਟਰ ਐਕਟੀਵਿਟੀ, ਗ੍ਰਾਮਕ ਕਿਰਿਆ। ਫਿਜ਼ੀਕਲੀ ਜੋ ਸਾਡਾ ਸਰੀਰ ਹੈ, ਮੋਟਰ ਐਕਟੀਵਿਟੀਜ਼ ਹੈ, ਲੱਤਾਂ ਬਾਹਾਂ ਦਾ ਹਿੱਲਣਾ,
ਇਹ ਸਾਡੇ ਕੋਲੇ ਡਾਇਰੈਕਟ ਕੁਐਸਚਨ ਇਹੀ ਬਣਦਾ ਕਿ ਮੋਟਰ ਐਕਟੀਵਿਟੀਜ਼ ਕਿਸ ਸਟੇਜ ਦੇ ਵਿੱਚ ਹੁੰਦੀ ਹੈ, ਤਾਂ ਮੋਟਰ ਐਕਟੀਵਿਟੀ ਸਾਡੇ ਕੋਲੇ 0 ਤੋਂ 2 ਸਾਲ ਤੱਕ ਹੁੰਦੀ ਹੈ ਅਤੇ ਇਸ ਤੋਂ ਬਾਅਦ ਵਿਕਸਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ, ਇਹ ਸੀਗੀ ਸਾਡੀ ਫਸਟ ਸਟੇਜ, ਸੈਂਸਰੀ ਮੋਟਰ ਸਟੇਜ। ਨੈਕਸਟ ਆ ਗਿਆ ਜੀ ਪ੍ਰੀ ਓਪਰੇਸ਼ਨਲ ਸਟੇਜ। ਤਾਂ ਅਸੀਂ ਗੱਲ ਕਰਦੇ ਹਾਂ ਹੁਣ ਸੈਕਿੰਡ ਸਟੇਜ ਦੀ, ਪ੍ਰੀ ਓਪਰੇਸ਼ਨਲ ਸਟੇਜ। ਪ੍ਰੀ ਓਪਰੇਸ਼ਨਲ ਸਟੇਜ ਦੇ ਵਿੱਚ ਇੱਕ ਤਾਂ ਲੈਂਗੁਏਜ ਹੁੰਦੀ ਹੈ ਬੱਚੇ ਕੋਲੇ, ਅਤੇ ਇੱਕ ਮੋਟਰ ਜਿਹੜੀ ਹੈਗੀ ਹੈ ਐਕਟੀਵਿਟੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਦੇਖੋ ਭਾਸ਼ਾ ਆ ਜਾਂਦੀ ਹੈ। ਫਿਰ ਇੱਥੇ ਇੱਕ ਕਨਸੈਪਟ ਬਣਦਾ ਐਨੀਜ਼ਮ ਦਾ, ਮੇਕ ਇਨ ਬਿਲੀਵ ਵੀ ਉਹਨੂੰ ਕਹਿ ਦਿੰਦੇ। ਬੱਚਾ ਵਿਸ਼ਵਾਸ ਕਰਦਾ ਹਰ ਇੱਕ ਚੀਜ਼ ਦੇ ਵਿੱਚ। ਕਿਸ ਚੀਜ਼ ਦੇ ਵਿੱਚ? ਬੱਚੇ ਨੂੰ ਲੱਕੜ ਦਾ ਟੁਕੜਾ ਫੜਾ ਦਿਓ ਖੇਡਣ ਨੂੰ ਅਤੇ ਬੱਚੇ ਨੂੰ ਇਹ ਲੱਗੂਗਾ ਮੇਰੀ ਕਾਰ ਹੈ। ਬੱਚੇ ਨੂੰ ਡੋਲ ਨਾਲ ਖੇਡ ਰਿਹਾ ਬੱਚਾ, ਅਤੇ ਜਦੋਂ ਉਹਦੇ ਡੋਲ ਡਿੱਗੀ ਅਤੇ ਬੱਚਾ ਨੂੰ ਇਹ ਲੱਗਦਾ ਕਿ ਮੇਰੀ ਡੋਲ ਦੇ ਸੱਟ ਵੱਜੀ। ਮਤਲਬ ਮੇਕ ਇਨ ਬਿਲੀਵ ਦਾ ਕਨਸੈਪਟ ਤਿਆਰ ਹੋ ਜਾਂਦਾ। ਕਿਵੇਂ? ਬੱਚਾ ਆਪ ਖੇਡ ਰਿਹਾ ਸੀ, ਬੱਚਾ ਡਿੱਗਿਆ, ਬੱਚੇ ਦੇ ਡਿੱਗਣ 'ਤੇ ਸੱਟ ਵੱਜੀ, ਉਹਦੀ ਮੰਮੀ ਨੇ ਉਹਦੇ ਗੋਡੇ 'ਤੇ ਮੱਲਮ ਕੀਤੀ। ਅਚਾਨਕ ਬੱਚੇ ਦੇ ਹੱਥ 'ਚੋਂ ਡੋਲ ਡਿੱਗ ਪਈ, ਉਹ ਡੋਲ ਚੱਕ ਕੇ ਮੰਮੀ ਕੋਲ ਚਲਿਆ ਗਿਆ, ਮੰਮਾ ਇਸਕੇ ਵੀ ਮੱਲਮ ਲਗਾਓ, ਇਹ ਗਿਰ ਗਈ ਥੀ। ਤਾਂ ਮਤਲਬ ਕੀ ਹੈ ਕਿ ਬੱਚੇ ਦੇ ਦਿਮਾਗ ਦੇ ਵਿੱਚ ਮੇਕ ਇਨ ਬਿਲੀਵ ਦੀ ਅਵਸਥਾ ਕ੍ਰੀਏਟ ਹੈ। ਬੱਚੇ ਦੇ ਦਿਮਾਗ ਦੇ ਵਿੱਚ ਐਨੀਜ਼ਮ ਬਣ ਚੁੱਕਿਆ। ਜੀਵ, ਸੰਜੀਵ, ਨਿਰਜੀਵ, ਇਹਨਾਂ ਵਸਤੂਆਂ ਦੇ ਵਿਚਲਾ ਕਨਸੈਪਟ ਹਜੇ ਕਲੀਅਰ ਨਹੀਂ। ਨੈਕਸਟ ਚੱਲਦੇ ਆ ਈਗੋਸੈਂਟਰਿਕ। ਬੱਚਾ ਸੈਲਫ ਸੈਂਟਰਿਕ ਹੁੰਦਾ, ਆਤਮ ਕੇਂਦਰਿਤ ਹੁੰਦਾ। ਬੱਚੇ ਨੂੰ ਇਹ ਲੱਗਦਾ ਸੂਰਜ ਚੜ੍ਹ ਰਿਹਾ ਮੇਰੇ ਲਈ ਚੜ੍ਹ ਰਿਹਾ, ਵਰਖਾ ਹੋ ਰਹੀ ਹੈ ਮੇਰੇ ਲਈ ਹੋ ਰਹੀ ਹੈ, ਸਭ ਕੁਛ ਚੱਲ ਰਿਹਾ ਮੇਰੇ ਲਈ ਚੱਲ ਰਿਹਾ। ਇੱਥੇ ਸਾਡੇ ਕੋਲ ਜਿਹੜਾ ਹੈਗਾ ਇੱਕ ਸਿਧਾਂਤ ਬਣਦਾ ਇਰਰਿਵਰਸਿਬਿਲਿਟੀ, ਉਲਟਾ ਪਲਟਾ ਕੇ ਸੋਚਣ ਦੀ ਸ਼ਕਤੀ। ਬੱਚੇ ਦੇ ਕੋਲ ਨਾ ਇੱਕ ਕਨਸੈਪਟ ਹੁੰਦਾ। ਬੱਚੇ ਨੂੰ ਦੇਖੋ ਅਸੀਂ ਦੱਸਿਆ ਬੱਚੇ ਨੂੰ ਵੀ ਬੱਚੇ ਸਾਹਮਣੇ ਜਿਹੜੀ ਹੈਗੀ ਆ ਕਾਊ ਆ ਰਹੀ ਹੈ। ਉਹ ਬੱਚਾ ਦੇਖਦਾ ਗਾਂ ਬਹੁਤ ਵੱਡੀ ਹੈ, ਇਹਦੀਆਂ 4 ਲੱਤਾਂ ਨੇ, 2 ਸਿੰਗ ਹੈ, ਇੱਕ ਲੰਮੀ ਪੂਛ ਹੈ। ਅਚਾਨਕ ਬੱਚੇ ਦੇ ਸਾਹਮਣੇ ਕੁਝ ਦਿਨਾਂ ਬਾਅਦ ਮੱਝ ਆ ਜਾਂਦੀ ਹੈ ਅਤੇ ਬੱਚਾ ਉੱਤਰ ਦਿੰਦਾ ਮੰਮੀ ਦੇਖੋ ਕਾਲੀ ਗਾਂ। ਮਤਲਬ ਕੀ ਹੋ ਗਿਆ? ਬਲੈਕ ਕਾਓ ਕਿਉਂ ਕਿਹਾ? ਕਿਉਂਕਿ ਉਹਨੇ ਇੱਕ ਅਸਿਮੀਲੇਸ਼ਨ ਕਰ ਲਿਆ। ਪਹਿਲਾਂ ਵਾਲਾ ਗਿਆਨ ਨਵੇਂ ਗਿਆਨ ਦੇ ਨਾਲ ਉਹਨੇ ਜੋੜ ਲਿਆ, ਉਸ ਨੂੰ ਕਹਿੰਦੇ ਆ ਅਸਿਮੀਲੇਸ਼ਨ। ਇਸ 'ਤੇ ਅਸਿਮੀਲੇਸ਼ਨ, ਇਕੁਲਿਬਰੇਸ਼ਨ, ਇਸ 'ਤੇ ਪੂਰੇ ਦਾ ਪੂਰਾ ਲੈਕਚਰ ਅਲੱਗ ਤਿਆਰ ਕਰਾਂਗੇ। ਉਸ ਤੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਇਸ ਨੂੰ ਅਸੀਂ ਕਹਿੰਦੇ ਹਾਂ ਉਲਟਾ ਪਲਟਾ ਕੇ ਵਰਤੋਂ ਕਰਨ ਦਾ ਸਿਧਾਂਤ ਜਿਹੜਾ ਸੀਗਾ ਸੋਚਣ ਦੀ ਸ਼ਕਤੀ। ਨੈਕਸਟ ਆ ਗਿਆ ਜੀ ਕੰਕਰੀਟ ਓਪਰੇਸ਼ਨਲ ਸਟੇਜ। ਲੌਜੀਕਲ ਥਿੰਕਿੰਗ ਆ ਜਾਂਦੀ ਹੈ ਇੱਥੇ ਬੱਚੇ ਕੋਲੇ। ਲੌਜੀਕਲ ਥਿੰਕਿੰਗ ਕਿਹੜੀ ਸਟੇਜ ਆ ਗਈ? 3rd ਸਟੇਜ 'ਚ। ਇੱਥੇ ਬੱਚਾ ਤਰਕ ਲਾਉਂਦਾ, ਇੱਥੇ ਬੱਚਾ ਲੌਜਿਕ ਲਾਉਂਦਾ ਕਿ ਜਿਹੜੀ ਚੇਅਰ ਹੈ ਇਸ 'ਤੇ ਇਸ ਤਰੀਕੇ ਦੇ ਨਾਲ ਬੈਠਣਾ, ਇਸ ਤਰੀਕੇ ਦੇ ਲਈ ਕੰਮ ਆਊਗੀ। ਜਿਹੜਾ ਬੈੱਡ ਹੈ ਉਹ ਇਸ ਤਰੀਕੇ ਲਈ ਕੰਮ ਆਉਂਦਾ ਹੈ। ਜਿਹੜਾ ਖਾਣਾ ਹੈ ਉਹ ਇਸ ਤਰ੍ਹਾਂ ਦਾ ਖਾਣਾ ਇਸ ਤਰੀਕੇ ਨਾਲ ਖਾਇਆ ਜਾਂਦਾ ਹੈ, ਇਸ ਤਰ੍ਹਾਂ ਦੀ ਚੀਜ਼ ਨੂੰ ਇਹ ਬੋਲਿਆ ਜਾਂਦਾ ਹੈ। ਤਾਂ ਉਹ ਲੌਜੀਕਲੀ ਗੱਲਾਂ ਕਰਦਾ ਸਾਰੀਆਂ। ਨੈਕਸਟ ਇਹਦੇ ਵਿੱਚ ਸਾਡੇ ਕੋਲ ਇਨਕਰੈਕਟ ਸ਼ੇਪ, ਮਤਲਬ ਕਿ ਬੱਚੇ ਦੀ ਸੋਚ ਤਰਕ ਅਨੁਸਾਰ ਬਦਲਣੀ ਸ਼ੁਰੂ ਹੋ ਜਾਂਦੀ ਹੈ। ਉਸ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਨੂੰ ਆਪਣੇ ਆਪ ਉਹ ਡਿਵੈਲਪ ਕਰਨਾ ਸ਼ੁਰੂ ਕਰ ਲੈਂਦਾ। ਉਹ ਵਸਤੂਆਂ ਨੂੰ ਆਕਾਰ ਅਤੇ ਰੂਪ ਤੋਂ ਪਹਿਚਾਨਣਾ ਸ਼ੁਰੂ ਕਰ ਦਿੰਦਾ। ਉਹਨੂੰ ਇੱਥੇ ਕਲੀਅਰ ਹੋ ਜਾਂਦਾ ਜਿਹੜਾ ਸੇਬ ਹੈ ਅਤੇ ਟਮਾਟਰ ਹੈ ਦੋਨਾਂ ਦੇ ਵਿਚਲਾ ਡਿਫਰੈਂਸ ਕਲੀਅਰ ਹੋ ਜਾਂਦਾ। ਪਹਿਲਾਂ ਬੱਚੇ ਨੂੰ ਅਸੀਂ ਸੈਕਿੰਡ ਸਟੇਜ ਦੇ ਵਿੱਚ ਜੇ ਬੱਚੇ ਨੂੰ ਅਸੀਂ ਗਾਜਰ ਅਤੇ ਮੂਲੀ ਦਿਖਾਉਂਦੇ ਹਾਂ ਤਾਂ ਉਹਨੂੰ ਜਿਹੜੀ ਚੀਜ਼ ਪਹਿਲਾਂ ਟੇਸਟ ਕਰਾਤੀ ਉਹਨੂੰ ਦੂਸਰੀ ਉਹੀ ਲੱਗੂਗੀ ਅਤੇ ਰਿਪੀਟਡ ਇਹੀ ਕਹੂਗਾ। ਜੇ ਅਸੀਂ ਪਹਿਲਾਂ ਮੂਲੀ ਖਵਾਤੀ ਤਾਂ ਕਹੂਗਾ ਲਾਲ ਮੂਲੀ ਹੈ, ਜੇ ਪਹਿਲਾਂ ਗਾਜਰ ਖਵਾਤੀ ਅਤੇ ਦੂਸਰੀ ਮੂਲੀ ਦਿਖਾਤੀ ਤਾਂ ਕਹੂਗਾ ਚਿੱਟੀ ਗਾਜਰ ਹੈ। ਇੱਥੇ ਚੀਜ਼ਾਂ ਨੂੰ ਕਲੀਅਰ ਕਰ ਲੈਂਦਾ, ਗਾਜਰ ਅਤੇ ਮੂਲੀ ਦਾ ਡਿਫਰੈਂਸ ਸਮਝ ਆ ਜਾਂਦਾ ਉਹਨੂੰ। ਅਤੇ ਬੱਚਾ ਹਮੇਸ਼ਾ ਆਗਮਨ ਤੋਂ ਨਿਗਮਨ ਸੋਚ ਤੱਕ ਵਿਕਾਸ ਕਰਦਾ। ਡਿਡਕਟਿਵ ਅਤੇ ਇਨਡਿਡਕਟਿਵ ਜਿਹੜੀ ਥਿੰਕਿੰਗ ਹੈ ਸਾਡੀ ਲੌਜੀਕਲ, ਉਹਦੀ ਵਰਤੋਂ ਕਰਦਾ। ਨੈਕਸਟ ਆ ਗਿਆ ਜੀ 4th ਸਟੇਜ ਫਾਰਮਲ ਓਪਰੇਸ਼ਨਲ ਸਟੇਜ। ਬਹੁਤ ਹੀ ਇੰਪੋਰਟੈਂਟ ਸਟੇਜ ਹੈ ਜੀ, ਲਾਸਟ ਸਟੇਜ ਹੈ। ਐਬਸਟਰੈਕਟ ਥਿੰਕਿੰਗ ਹੁੰਦੀ ਹੈ, ਸੰਖੇਪ ਸੋਚ ਦੇ ਵਿੱਚ ਜਾਂਦਾ ਬੱਚਾ। ਹਰ ਇੱਕ ਚੀਜ਼ ਨੂੰ ਬੜੇ ਵਿਸਥਾਰ ਨਾਲ ਐਕਸਪਲੇਨ ਕਰਦਾ, ਬੜੇ ਹੀ ਵਿਸਥਾਰ ਨਾਲ ਉਸ ਚੀਜ਼ ਨੂੰ ਸੋਚਦਾ ਅਤੇ ਉਸ ਦੇ ਪ੍ਰਤੀ ਆਪਦੇ ਉਦੇਸ਼, ਨੀਤੀਆਂ, ਕਿਵੇਂ ਹੋਇਆ, ਕਿਉਂ ਹੋਇਆ, ਕਾਹਤੋਂ ਹੋਇਆ, ਉਹ ਸਾਰੀਆਂ ਚੀਜ਼ਾਂ ਦੀ ਇੱਕ ਸਟੋਰੀ ਟਾਈਪ 'ਚ ਐਕਸਪਲੇਨੇਸ਼ਨ ਕਰਦਾ। ਪ੍ਰੋਬਲਮ ਸੋਲਵਿੰਗ ਵਿਦ ਲੌਜੀਕਲ, ਮਤਲਬ ਇਹ ਜਿੰਨੀਆਂ ਸਮੱਸਿਆਵਾਂ ਨਾ ਉਹਨਾਂ ਦਾ ਹੱਲ ਹੈ ਜਿਹੜਾ ਡਾਇਰੈਕਟ ਰੂਪ 'ਚ ਇਹ ਲੌਜੀਕਲ ਥਿੰਕਿੰਗ ਦੇ ਨਾਲ ਕਰਦਾ। ਅਤੇ ਅਮੂਰਤ ਸਮੱਸਿਆਵਾਂ ਨੂੰ ਹੱਲ ਕਰਦਾ ਇੱਥੇ ਬੱਚਾ। ਮੂਰਤ ਸਮੱਸਿਆ, ਅਮੂਰਤ ਮਤਲਬ ਕੀ ਸਮਝਦੇ ਹੋ? ਮੂਰਤ, ਅਮੂਰਤ। ਮੂਰਤ ਇੱਕ ਤਾਂ ਚੀਜ਼ ਦੀ ਸਮੱਸਿਆ ਦਾ ਪਤਾ ਸਾਨੂੰ, ਇੱਕ ਪਤਾ ਹੀ ਨਹੀਂ ਸਮੱਸਿਆ ਕਿਹੋ ਜਿਹੀ, ਸਮੱਸਿਆ ਆ ਗਈ ਉਹ ਹੱਲ ਕਰ ਦੂਗਾ ਬੱਚਾ। ਨੈਕਸਟ ਇੱਥੇ ਮੇਕ ਇਨ ਹਾਈਪੋਥੀਸਿਸ ਬਣਦੇ ਆ, ਪਰਿਕਲਪਨਾਵਾਂ ਬਣਦੀਆਂ। ਬੱਚਾ ਹਰ ਕੰਮ ਦੇ ਲਈ ਪਰਿਕਲਪਨਾ ਤਿਆਰ ਕਰ ਲੈਂਦਾ। ਇਹ ਕਿਉਂ ਹੋਇਆ, ਇਹ ਕਾਸ ਤੋਂ ਹੋਇਆ, ਇਹ ਕਾਹਤੋਂ ਹੋਣਾ ਸੀ, ਮਤਲਬ ਇਹਦੇ ਪਿੱਛੇ ਕੀ ਕਾਰਨ ਸੀ। ਉਦਾਹਰਨ ਲੈਂਦੇ ਹਾਂ ਆਪਾਂ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਪਰਿਕਲਪਨਾ ਨੂੰ।
ਪਰਿਕਲਪਨਾ ਕੀ ਹੈ ਰਾਜੇ? ਪਰਿਕਲਪਨਾ ਹੈਗੀ ਹੈ ਵੀ ਤੁਸੀਂ ਇੱਕ ਚੀਜ਼ ਦੇ ਕੰਮ ਹੋਣ ਦੇ ਅੰਦਾਜ਼ਾ ਲਾ ਸਕਦੇ ਹੋ ਵੀ ਕਿਉਂ ਹੋਇਆ। ਸਾਡੇ ਕੋਲ ਇੱਕ ਬਿੱਲੀ ਭਿੱਜੀ ਹੋਈ ਪਾਈ ਬਾਹਰੋਂ, ਅਸੀਂ ਬੱਚਿਆਂ ਨੂੰ ਪੁੱਛਿਆ ਕਲਾਸਦਿਆਂ ਨੂੰ ਵੀ ਬੱਚਿਓ ਇਹ ਬਿੱਲੀ ਭਿੱਜ ਕੇ ਕਿੱਥੋਂ ਆਈ ਹੈ, ਤਾਂ ਬੱਚਿਆਂ ਨੇ ਸਾਨੂੰ ਇਹ ਦੱਸਿਆ ਕਿ ਇਹ ਬਿੱਲੀ ਹੈ ਜਿਹੜੀ, ਜਾਂ ਤਾਂ ਇਹ ਬਿੱਲੀ ਬਾਹਰ ਵਰਖਾ 'ਚੋਂ ਭਿੱਜ ਕੇ ਆਈ ਹੈ, ਇੱਕ ਬੋਲਿਆ ਇਹ ਬਿੱਲੀ ਜਿਹੜੀ ਟੋਏ 'ਚੋਂ ਡਿੱਗ ਕੇ ਆਈ ਹੈ, ਦੂਜਾ ਕਹਿੰਦਾ ਇਸ ਬਿੱਲੀ 'ਤੇ ਕਿਸੇ ਨੇ ਪਾਣੀ ਪਾ ਤਾ। ਰਾਜੇ ਇਹ ਤਿੰਨੇ ਪਰਿਕਲਪਨਾ ਸਮਝੇ ਨਾ, ਇਹ ਹਾਈਪੋਥੀਸਿਸ ਬਣ ਗਈਆਂ ਤਿੰਨੇ। ਕਿਸ ਚੀਜ਼ ਦੀਆਂ? ਬਿੱਲੀ ਦੇ ਭਿੱਜਣ ਦੀਆਂ ਹਾਈਪੋਥੀਸਿਸ ਬਣ ਗਈਆਂ। ਇਹ ਤਿੰਨੇ ਨੂੰ ਅਸੀਂ ਕਹਿੰਦੇ ਹਾਂ ਪਰਿਕਲਪਨਾਵਾਂ। ਇੱਥੇ ਬੱਚਾ ਪਰਿਕਲਪਨਾਵਾਂ ਬਣਾਉਂਦਾ। ਅਸੀਂ ਹਰ ਕੰਮ ਦਾ ਅਸੀਂ ਵੀ ਕ੍ਰੀਏਟ ਕਰਦੇ ਹਾਂ ਪਰਿਕਲਪਨਾ। ਅਸੀਂ ਦੇਖਿਆ ਕੋਈ ਇਹ ਕੰਮ ਹੋ ਗਿਆ, ਇਹ ਕਿਉਂ ਹੋਇਆ, ਅਸੀਂ ਸੋਚਦੇ ਇਹ ਤਾਂ ਹੋਇਆ ਹੋਊਗਾ, ਜਾਂ ਇਹ ਐਂ ਹੋਇਆ ਹੋਊਗਾ, ਜਾਂ ਇਹ ਐਂ ਹੋਇਆ। ਇਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਨੇ ਪਰਿਕਲਪਨਾਵਾਂ ਹੁੰਦੀਆਂ ਨੇ। ਮੇਕ ਹਾਈਪੋਥੀਸਿਸ ਬਣਦੇ ਨੇ ਇੱਥੇ। ਰਾਜੇ ਇਹ ਸੀ ਸਾਡੀ ਥਿਊਰੀ। ਸਾਰੀ ਦੀ ਸਾਰੀ ਥਿਊਰੀ ਤੁਹਾਨੂੰ 4 ਦੀਆਂ 4 ਸਟੇਜਾਂ ਕਰਵਾਤੀਆਂ। ਇਹ 4 ਸਟੇਜਾਂ ਨੂੰ ਤੁਸੀਂ ਇਸ ਵੀਡੀਓ ਨੂੰ ਰੋਕ ਕੇ ਪੌਜ਼ ਕਰਕੇ ਆਪਦੀ ਕਾਪੀ 'ਤੇ ਨੋਟਸ ਬਣਾ ਸਕਦੇ ਹੋ। ਵੈਸੇ ਮੈਂ ਇਹਦੇ ਨਾਲ ਹੀ PDF ਵੀ ਪਾ ਦੂੰਗਾ, ਉਹ ਤੁਹਾਡੇ ਬਹੁਤ ਹੀ ਹੈਲਪਫੁਲ ਹੋਏਗੀ। ਰਾਜੇ ਇਸ ਚਾਰਟ ਆ, ਇਸ ਚਾਰਟ ਦੇ ਵਿੱਚ ਜੋ ਆਪਾਂ ਕੀਤਾ ਸਾਰੇ ਦਾ ਸਾਰਾ ਉਹ ਐਕਸਪਲੇਨ ਕੀਤਾ ਹੋਇਆ। ਇਸ ਚਾਰਟ ਨੂੰ ਦੇਖ ਕੇ ਇਸੇ ਤਰੀਕੇ ਦਾ ਇੱਕ ਚਾਰਟ ਆਪਦੀ ਕਾਪੀ 'ਤੇ ਜ਼ਰੂਰ ਬਣਾਉਣਾ। ਤੁਹਾਨੂੰ ਮੋਸਟਲੀ ਇਸ ਚਾਰਟ ਦੇ ਵਿੱਚੋਂ ਜੋ ਚੀਜ਼ਾਂ ਅਸੀਂ ਪੜ੍ਹੀਆਂ ਉਹ ਸਾਰੀਆਂ ਐਕਸਪਲੇਨ ਹੋ ਜਾਣਗੀਆਂ। ਆਹ ਚਾਰਟ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਡਾ ਬਾਹਰ ਨਹੀਂ ਜਾਏਗਾ। ਅਤੇ ਇੱਕ ਰਾਜੇ ਤੁਹਾਡੇ ਹੀ ਹੈਲਪ ਦੇ ਲਈ, ਤੁਹਾਡੇ ਫਾਇਦੇ ਦੇ ਲਈ ਅਸੀਂ ਇਹ ਸੋਚ ਕੇ ਇੱਕ ਚੈਨਲ ਵੀ ਬਣਾਇਆ ਮੈਂ YouTube ਦੇ ਉੱਤੇ ਕਿ ਸਾਡਾ ਗਿਆਨ ਹੀ ਸਾਡੀ ਪਹਿਚਾਣ ਹੈ। ਇਹ ਮੇਰਾ ਇੱਕ ਉਦੇਸ਼ ਹੈ, ਇੱਕ ਮੋਟਿਵ ਉਸ ਚੈਨਲ ਦਾ ਨਾਮ ਆ ਫਿਊਚਰ ਪੁਆਇੰਟ ਮੁਕਤਸਰ। ਤੁਹਾਨੂੰ ਫਿਊਚਰ ਦੇ ਵਿੱਚ ਕਿਸੇ ਵੀ ਐਗਜ਼ਾਮ ਦੀ, ਖਾਸ ਤੌਰ 'ਤੇ PTET, CTET ਅਤੇ ETT ਦੇ ਜੋ ਵੀ ਤੁਹਾਡਾ ਕੰਪੀਟੀਟਿਵ ਐਗਜ਼ਾਮ ਹੈ, ਆਫਟਰ ਜੋਬ ਦੇ ਜੋ ਵੀ ਐਗਜ਼ਾਮ ਹੁੰਦਾ, ਜਿਵੇਂ ਹੁਣ ਪੋਸਟਾਂ ਆਈਆਂ ਹੋਈਆਂ ਨੇ 1664, ਤਾਂ ਉਹਨਾਂ 1664 ਪੋਸਟਾਂ ਦਾ ਜਿਹੜਾ ਐਗਜ਼ਾਮ ਹੋਣਾ ਉਹਦੇ ਪ੍ਰਤੀ ਵੀ ਕੰਟੈਂਟ ਤੁਹਾਨੂੰ ਫਿਊਚਰ ਪੁਆਇੰਟ ਮੁਕਤਸਰ 'ਤੇ ਮਿਲ ਜਾਏਗਾ। ਤਾਂ ਤੁਹਾਨੂੰ ਚੰਗਾ ਲੱਗਿਆ ਇਸ ਚੀਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਚੈਨਲ ਚੰਗਾ ਲੱਗਦਾ ਸਬਸਕ੍ਰਾਈਬ ਕਰੋ। ਬਾਕੀ ਆਹ ਜਿਹੜੀ ਥਿਊਰੀ ਹੈ ਮੋਸਟਲੀ ਇਹ ਹੁਣ ਉੱਥੇ ਹੀ ਤੁਹਾਨੂੰ ਮੈਂ ਪਾ ਦੂੰਗਾ, YouTube ਦੇ ਉੱਤੇ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ। ਅਤੇ ਜਿੰਨਾ ਵੀ ਇਹਦਾ ਮਕਸਦ ਹੈ ਰਾਜੇ ਸਿਰਫ ਮੇਰਾ ਕਿ ਲੋੜਵੰਦ ਵਿਦਿਆਰਥੀ ਤੱਕ ਸਹਾਇਕ ਸਮੱਗਰੀ ਪਹੁੰਚਾਉਣਾ, ਕਿਉਂਕਿ ਲੋਕਡਾਊਨ ਦੇ ਵਿੱਚ ਤੁਹਾਡੇ ਤੱਕ ਤਾਂ ਅਸੀਂ ਬੈਠੇ ਹਾਂ ਪਹੁੰਚਾਉਣ ਦੇ ਲਈ, ਪਰ ਕਈ ਅਜਿਹੇ ਵਿਦਿਆਰਥੀ ਹੈ ਜਿਨ੍ਹਾਂ ਤੱਕ ਇਹ ਸੋਰਸਿਸ ਨਹੀਂ ਪਹੁੰਚ ਰਹੇ। ਤਾਂ ਅਜਿਹੇ ਵਿਦਿਆਰਥੀਆਂ ਦੇ ਸੋਰਸਿਸ ਪਹੁੰਚਾਉਣ ਨੂੰ, ਮੋਟਿਵ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਚੈਨਲ ਦੀ ਵਰਤੋਂ ਕਰ ਰਹੇ ਹਾਂ। ਇਸ ਮਾਧਿਅਮ ਦੇ ਰਾਹੀਂ ਹਰ ਇੱਕ ਵਿਦਿਆਰਥੀ ਤੱਕ ਪਹੁੰਚ ਬਣਾਈ ਜਾ ਰਹੀ ਹੈ। ਤਾਂ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਇਸ ਚੀਜ਼ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਦੂਸਰੇ ਸਾਥੀਆਂ ਦੇ ਨਾਲ, ਤਾਂ ਜੋ ਉਹਨਾਂ ਨੂੰ ਵੀ ਇਸ ਚੀਜ਼ ਤੋਂ ਬੈਨੀਫਿਟਸ ਮਿਲ ਸਕੇ। ਕੋਈ ਵੀ ਡਾਊਟ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਰਾਜੇ, ਫੋਨ ਕਰਕੇ ਉਸ ਚੀਜ਼ ਦੇ ਡਾਊਟ ਬਾਰੇ ਕਲੀਅਰ ਕਰ ਸਕਦੇ ਹੋ। ਥੈਂਕ ਯੂ।